ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ। ਸੰਗ ਅਲਾਪ ਹੈ ਆਠੋ ਨੰਦਨ। प्रथम राग भैरो वह करही। पंच रागनी संग उचरही। प्रथम भैरवी बलावली। पुनयाकी गावह बंगली। पुन असलेखी की पही बारी। ए भैरो की पांचो नारी। पंचम हरख दसाक सुनावह। बंगालम मद माधव गावह। ललित बलावल गावही। अपनी अपनी भांत। अष्टपुत्र भैरव के। गावह गैन पातर। ललित बलावल गावही। अपनी अपनी भांत। अष्टपुत्र भैरव के। गावह गैन पातर। राग माला राग एक संग पंच बरंगन। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਦੀਨ ਦੁਨੀਆ ਦੇ ਮਾਲਕ, ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਸੱਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਹੁਣ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਦੀਨ ਦੁਨੀਆ ਦੇ ਵਾਲੀ ਪੰਜਵੇਂ ਪ੍ਰੀਤਮ ਸਤਿਗੁਰੂ ਸਾਹਿਬ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਸਮਾਪਤੀ ਕਰਦੇ ਹੋਏ ਇੱਥੇ ਰਾਗ ਮਾਲਾ ਆਪ ਦਿਆਲਤਾ ਦੇ ਘਰ ਵਿੱਚ ਆਣ ਕਰਕੇ ਉਚਾਰ ਕੇ ਸਰਬ ਜੀਵਾਂ ਦੇ ਕਲਿਆਣ ਹਿੱਤ ਇਹ ਪਾਵਨ ਗੁਰਬਾਣੀ ਦਾ ਸਮੁੰਦਰ ਆਪ ਰਚ ਕਰਕੇ ਸਮਾਪਤੀ ਕਰ ਰਹੇ ਹਨ। ਜਾਂ ਇਹ ਸੰਸਾਰ ਸਮੁੰਦਰ ਤੋਂ ਜੋ ਜਹਾਜ਼ਵਤ ਗੁਰਬਾਣੀ ਹੈ, ਇਸ ਨੂੰ ਰਚ ਕਰਕੇ ਸੰਪੂਰਨਤਾ ਹੀ ਆਪ ਰਾਗਾਂ ਨੂੰ ਕਿਰਪਾਲੂ ਸਤਿਗੁਰੂ ਸਾਹਿਬ ਜੀ ਸਨਮਾਨ ਬਖਸ਼ ਕਰਕੇ ਕਰ ਰਹੇ ਹਨ। ਇੱਕ ਤੇ ਹੈ ਰਾਗ ਮਾਲਾ, ਰਾਗ ਦਾ ਭਾਵ ਰਾਗ ਤੇ ਮਾਲਾ ਉਹਨਾਂ ਦੀ ਪੰਕਤੀ ਉਚਾਰ ਰਹੇ ਹਨ। ਦੂਸਰਾ ਰਾਗ ਨਾਮ ਹੈ ਪ੍ਰੇਮ ਦਾ, ਤੇ ਮਾਲਾ ਪ੍ਰੇਮ ਦੀ ਜੋ ਪੰਕਤੀ ਹੈ, ਜੋ ਪਰਮੇਸ਼ਰ ਵਾਹਿਗੁਰੂ ਨਾਲ ਪ੍ਰੇਮ ਲਾਉਣ ਵਾਲੀ ਹੈ ਰਾਗ ਮਾਲਾ, ਉਹਦਾ ਉਚਾਰਨ ਇੱਥੇ ਸਤਿਗੁਰੂ ਸਾਹਿਬ ਕਰਦੇ ਹਨ। ਇਸ ਪ੍ਰਥਾਏ ਉਥਾਨਕਾ ਇਸ ਤਰੀਕੇ ਦੇ ਨਾਲ ਮਹਾਂਪੁਰਖਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਹੈ, ਸੰਪਰਦਾਈ ਵਿਦਵਾਨਾਂ ਨੇ, ਕਿ ਇੱਕ ਦਿਨ ਨਾਰਦ ਮੁਨੀ ਜੀ ਚੱਲਦੇ ਹੋਏ ਰਾਗਾਂ ਦੇ ਦੇਸ਼ ਵਿੱਚ ਪਹੁੰਚੇ। ਉਹਨਾਂ ਜਾ ਕਰਕੇ ਵੇਖਿਆ ਕਿ ਰਾਗਾਂ ਦੇ ਅੰਗ ਜਿਹੜੇ ਭਿੱਗੇ ਹੋਏ ਹਨ, ਕਿਸੇ ਦੀ ਲੱਤ ਹੈ ਨਹੀਂ, ਕਿਸੇ ਦੀ ਬਾਂਹ ਹੈ ਨਹੀਂ, ਬਹੁਤੇ ਹੀ ਸੋ ਕਰੂਪ ਹੋਏ ਤੁਰੇ ਫਿਰਦੇ ਨੇ। ਉਸ ਸਮੇਂ ਨਾਰਦ ਜੀ ਨੇ ਇਹਨਾਂ ਨੂੰ ਪੁੱਛਿਆ ਕਿ ਭਾਈ ਰਾਗੋ, ਪਰਮੇਸ਼ਰ ਵਾਹਿਗੁਰੂ ਨੇ ਤੁਹਾਡੀ ਰਚਨਾ ਬੜੀ ਸੁੰਦਰ ਕੀਤੀ ਹੈ, ਏਡੇ ਸੁੰਦਰ ਪਰਿਵਾਰ ਤੁਹਾਨੂੰ ਬਖਸ਼ੇ ਹਨ, ਪਰ ਤੁਹਾਡੀ ਆਹ ਹਾਲਤ ਕਿਸ ਤਰੀਕੇ ਨਾਲ ਹੋਈ? ਇਹ ਰਾਗਾਂ ਨੇ ਬੇਨਤੀ ਕੀਤੀ ਨਾਰਦ ਦੇ ਤਾਈਂ, ਹੇ ਮੁਨੀਸ਼ਵਰ ਜੀ, ਮੁਨੀ ਜੀ, ਸਾਡੇ 'ਤੇ ਇਹ ਹਾਲਤ ਕਰਨ ਵਾਲੇ ਜਿਹੜੇ ਅਜੋਕੇ ਜੰਮੇ ਹੋਏ ਰਵਾਬੀ ਹਨ, ਨਾ ਕਿਸੇ ਨੂੰ ਰਾਗ ਦਾ ਪਤਾ ਹੈ, ਨਾ ਤਾਲ ਦਾ ਪਤਾ ਹੈ, ਨਾ ਸਮੇਂ ਦਾ ਪਤਾ ਹੈ ਕਿ ਕਿਹੜਾ ਰਾਗ ਕਿਸ ਸਮੇਂ ਵਿੱਚ ਗਾਇਆ ਜਾਵੇ, ਇਹਦਾ ਗਿਆਨ ਨਹੀਂ ਕਿਸੇ ਦੇ ਤਾਈਂ। ਇਵੇਂ ਉਹਨਾਂ ਦੇ ਗਾਉਣ ਨਾਲ ਜਦੋਂ ਜੀ ਕਰਦਾ ਹੈ ਗਾਉਣ ਡਹਿ ਪੈਂਦੇ ਨੇ, ਉਹਨਾਂ ਦੇ ਗਾਉਣ ਨਾਲ ਸਾਡੀ ਇਹ ਹਾਲਤ ਹੋਈ ਹੈ। ਉਸ ਸਮੇਂ ਨਾਰਦ ਜੀ ਨੇ ਇਹਨਾਂ ਦੇ ਤਾਈਂ ਕਹਿਣਾ ਕੀਤਾ, ਕਹਿਣ ਲੱਗੇ, ਇਹਨਾਂ ਨੇ ਬੇਨਤੀ ਕੀਤੀ, ਸਾਡੇ ਇਸ ਦੁੱਖ ਦਾ ਖੰਡਨ ਕਰੋ, ਨਿਵਾਰੋ ਸਾਡਾ ਇਹ ਦੁੱਖ। ਨਾਰਦ ਜੀ ਕਹਿਣ ਲੱਗੇ, ਮੈਂ ਤੇ ਨਹੀਂ ਖੰਡ ਸਕਦਾ, ਪਰ ਪਰਮੇਸ਼ਰ ਵਾਹਿਗੁਰੂ ਤੁਹਾਡੇ ਇਸ ਦੁੱਖ ਨੂੰ ਜ਼ਰੂਰ ਭਾਈ ਟਾਲ ਦੇਵੇਗਾ।
ਉਸ ਸਮੇਂ ਪੁੱਛਿਆ ਕਿਵੇਂ? ਕਹਿਣ ਲੱਗੇ ਇਸ ਸਮੇਂ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਸਰਗੁਣ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨਾਮ ਰਖਾ ਕਰਕੇ ਧਾਰਨ ਕੀਤਾ ਹੈ। ਉਹਨਾਂ ਦੇ ਪੰਜਵੇਂ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋਜੀ ਪ੍ਰੀਤਮ ਇਸ ਸਮੇਂ ਸਿੱਖ ਸੰਗਤਾਂ ਨੂੰ ਪਾਵਨ ਪਵਿੱਤਰ ਉਪਦੇਸ਼ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੇ ਰਹੇ ਹਨ। ਨਾਲ ਦੇ ਨਾਲ ਉਹ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਧੁਰ ਕੀ ਬਾਣੀ ਜੋ ਅਕਾਲ ਪੁਰਖ ਵਾਹਿਗੁਰੂ ਦੀ ਆਗੰਮੀ ਬਾਣੀ ਦਾ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਚ ਰਹੇ ਹਨ ਕੁਲ ਦੁਨੀਆ ਦੇ ਭਲੇ ਦੇ ਲਈ। ਤੇ ਰਾਗੋ ਤੁਹਾਡੇ ਭਲੇ ਦੀ ਬਾਤ ਇਹ ਹੈ ਕਿ ਸਤਿਗੁਰੂ ਸਾਹਿਬ ਜੀ ਉਸ ਬਾਣੀ ਨੂੰ ਰਾਗਾਂ ਦੇ ਅਨੁਸਾਰੀ ਕਰਕੇ ਰਚ ਰਹੇ ਹਨ। ਜਾਓ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕਰੋ, ਕਿਰਪਾਲੂ ਸਤਿਗੁਰੂ ਸਾਹਿਬ ਤੁਹਾਡਾ ਭਲਾ ਕਰਨਗੇ। ਉਸ ਸਮੇਂ ਭਾਈ ਇਹ ਸਾਰੇ ਦਾ ਸਾਰਾ ਹੀ ਪਰਿਵਾਰ ਨਾਰਦ ਜੀ ਦੇ ਦੱਸੇ ਹੋਏ ਤੇ ਚੱਲ ਕਰਕੇ ਸਰੀਰਾਂ ਨੂੰ ਧਾਰਨ ਕਰਕੇ ਵੱਖੋ ਵੱਖਰਿਆਂ ਨੂੰ ਸਤਿਗੁਰੂ ਸਾਹਿਬ ਜੀ ਦੇ ਪਾਸ ਆਪੋ ਆਪਣੇ ਪਰਿਵਾਰਾਂ ਸਮੇਤ ਪਹੁੰਚਿਆ ਹੈ। ਜਿਵੇਂ ਇਹਨਾਂ ਦੇ ਪਰਿਵਾਰਾਂ ਦੀ ਗਿਣਤੀ ਵੀ ਆਵੇਗੀ 6 ਪ੍ਰਮੁੱਖ ਰਾਗ ਹਨ ਤੇ ਹਰ ਰਾਗ ਦੀਆਂ 5-5 ਰਾਗਣੀਆਂ ਹਨ ਤੇ ਪੰਜਾਂ ਫਿਰ ਇਸੇ ਤਰੀਕੇ ਦੇ ਨਾਲ ਰਾਗਣੀ ਨਾਮ ਹੈ ਜੀ ਉਹਨਾਂ ਦੀਆਂ ਧਰਮ ਪਤਨੀਆਂ ਇਸਤਰੀਆਂ ਤੇ 8-8 ਇਹਨਾਂ ਦੇ ਪੁੱਤਰ ਹਨ। ਕੁੱਲ ਗਿਣਤੀ ਇਹਨਾਂ ਦੀ 84 ਹੈ। ਇਹ 84 ਸਰੂਪ ਧਾਰਨ ਕਰਕੇ ਸੋ ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚੇ ਹਨ। ਆਣ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਸ ਬੇਨਤੀ ਕੀਤੀ, ਗਰੀਬ ਨਵਾਜ ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰੋ। ਉਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਮੁਦਾਵਣੀ ਲਿਖਾ ਕਰਕੇ ਸੋ ਸਮਾਪਤੀ ਕੀਤੀ ਸੀ ਬਾਣੀ ਦੀ। ਇਹਨਾਂ ਦੇ ਆਉਣ 'ਤੇ ਫਿਰ ਭਾਈ ਗੁਰਦਾਸ ਜੀ ਦੇ ਤਾਈਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਦੀ ਮਾਲਾ ਪੰਕਤੀ ਬਣਾ ਕਰਕੇ ਸਾਡੇ ਪਾਸ ਲਿਆਓ ਤੇ ਲਿਆ ਕੇ ਸਾਨੂੰ ਸੁਣਾਓ। ਸੋ ਇੱਥੇ ਇੱਕ ਹੋਰ ਵੀ ਨਿਰਨਾਮਾ ਪੁਰਖਾਂ ਨੇ ਕੀਤਾ ਹੈ ਕਿ ਭਾਈ ਗੁਰਦਾਸ ਜੀ ਦੇ ਮਨ ਦੀ ਇੱਛਾ ਵੀ ਸੀ ਕਿ ਸਾਡੀ ਬਾਣੀ ਸਤਿਗੁਰੂ ਸਾਹਿਬ ਜੀ ਕਿਉਂ ਨਹੀਂ ਲਿਖਾਉਂਦੇ, ਪਰ ਸੁਪਨੇ ਦੇ ਵਿੱਚ ਫਿਰ ਸਤਿਗੁਰੂ ਸਾਹਿਬ ਜੀ ਨੇ ਵਿਖਾਲਿਆ ਕਿ ਜਦੋਂ ਇਹ ਸਮੁੰਦਰ ਵਿੱਚ ਡੁੱਬ ਰਹੇ ਸਨ ਭਾਈ ਗੁਰਦਾਸ ਜੀ, ਜਿਸ ਸਮੇਂ ਆਪਣੀ ਬਾਣੀ ਪੜ੍ਹਦੇ ਹਨ ਹੇਠਾਂ ਨੂੰ ਡੁੱਬਦੇ ਜਾਂਦੇ ਹਨ। ਜਦੋਂ ਸਤਿਗੁਰੂ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜਿਹਨੂੰ ਆਪਾਂ ਪੜ੍ਹਦੇ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਸਤਾਰੇ। ਉਸ ਪਾਵਨ ਪਵਿੱਤਰ ਗੁਰਬਾਣੀ ਦਾ ਭਾਈ ਗੁਰਦਾਸ ਜੀ ਜਿਸ ਸਮੇਂ ਜਾਪ ਕਰਦੇ ਹਨ ਉਸ ਸਮੇਂ ਤਰਨ ਰਹਿ ਪੈਂਦੇ ਹਨ। ਐਸਾ ਕੌਤਕ ਵੇਖ ਕਰਕੇ ਫਿਰ ਇਹਨਾਂ ਨੇ ਜਿਹੜੇ ਮਨ ਦੀ ਭਾਵਨਾ ਸੀ ਆਪਣੀ ਬਾਣੀ ਲਿਖਾਉਣ ਦੀ ਉਹ ਸਾਰੀ ਦੀ ਸਾਰੀ ਤਿਆਗ ਦਿੱਤੀ ਸੀ, ਪਰ ਜੋ ਭਗਤਾਂ ਦੀ ਬਾਣੀ ਲਿਖਾਉਣੇ ਤੇ ਮਨ 'ਚ ਖਿਆਲ ਬਣਿਆ ਸੀ ਉਹਨੂੰ ਮੇਟਣ ਵਾਸਤੇ ਵੀ ਸੋ ਸਤਿਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਆਖਿਆ ਇਹਨਾਂ ਰਾਗਾਂ ਦੀ ਪੰਕਤੀ ਬਣਾ ਕਰਕੇ ਸਾਡੇ ਪਾਸ ਲਿਆਓ। ਫਿਰ ਉਸ ਸਮੇਂ ਲਿਆ ਕਰਕੇ ਇਹਨਾਂ ਰਾਗਾਂ ਨੂੰ ਤਰਤੀਬਵਾਰ ਕਰਕੇ ਭਾਈ ਗੁਰਦਾਸ ਜੀ ਨੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਸੁਣਾਇਆ ਹੈ। ਸੋ ਫਿਰ ਇਸੇ ਸੋ ਕਿਹਾ ਹੈ ਸਤਿਗੁਰੂ ਸਾਹਿਬ ਇਹ ਸਾਰੇ ਰਾਗ ਆਪ ਜੀ ਦਾ ਜਸ ਗਾਉਂਦੇ ਹਨ। ਫਿਰ ਇਹਦੇ ਵਿੱਚ ਕਈ ਸ਼ੰਕਾਵਾਦੀ ਕਹਿੰਦੇ ਹਨ ਕਿ ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਆਰੰਭਤਾ ਤੇ ਸ੍ਰੀ ਰਾਗ ਉਚਾਰਨ ਕੀਤਾ ਹੈ ਤੇ ਇੱਥੇ ਭੈਰੋ ਰਾਗ ਕਿਉਂ ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਉਚਾਰ ਦਿੱਤਾ? ਉਹਦਾ ਕਾਰਨ ਹੈ ਭਾਈ ਦੋ ਤਰੀਕੇ ਦੀ ਰਾਗਮਾਲਾ ਮੰਨੀ ਗਈ ਹੈ, ਇੱਕ ਹਨੂਮਾਨ ਜੀ ਦੀ ਤੇ ਇੱਕ ਸ਼ਿਵ ਜੀ ਦੀ। ਜਿਹੜੀ ਸ਼ਿਵ ਜੀ ਦੀ ਰਾਗਮਾਲਾ ਹੈ ਉਹਦੇ ਵਿੱਚ ਸ੍ਰੀ ਰਾਗ ਨੂੰ ਮਹਾਨਤਾ ਦਿੱਤੀ ਗਈ ਹੈ, ਸ਼੍ਰੋਮਣੀ ਰਾਗ ਸ੍ਰੀ ਰਾਗ ਉਚਾਰਿਆ ਗਿਆ ਹੈ। ਹਨੂਮਾਨ ਜੀ ਵਾਲੀ ਰਾਗਮਾਲਾ ਦੇ ਵਿੱਚ ਭੈਰੋ ਰਾਗ ਨੂੰ ਸ਼੍ਰੋਮਣੀ ਕਰਕੇ ਕਥਨ ਕੀਤਾ, ਇਸ ਕਰਕੇ ਪਹਿਲਾਂ ਸ੍ਰੀ ਰਾਗ ਨੂੰ ਸਰੋਪਾ ਦਿੱਤਾ। ਇਹਦਾ ਹੋਰ ਵੀ ਨਿਰਣਾ ਕਰਦੇ ਨੇ, ਉਤਰਾਦ ਤੇ ਪ੍ਰਬਾਦ ਦੋ ਖੰਡ ਨੇ ਰਾਗਾਂ ਦੇ, ਇੱਕ ਦਾ ਸ਼੍ਰੋਮਣੀ ਮੋਹਰੀ ਰਾਗ ਹੈ ਸ੍ਰੀ ਰਾਗ ਤੇ ਦੂਸਰੇ ਦਾ ਭਾਈ ਹੈ ਭੈਰੋ ਰਾਗ। ਪਹਿਲਾਂ ਆਰੰਭਤਾ ਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸ੍ਰੀ ਰਾਗ ਨੂੰ ਜਿਵੇਂ ਆਮ ਆਪਾਂ ਕਿਸੇ ਸਮਾਗਮ ਇਕੱਠ ਦੇ ਵਿੱਚ ਕੋਈ ਦੋ ਇਲਾਕਿਆਂ ਦੇ ਮੁਖੀ ਜਾਂ ਦੋ ਸੰਪਰਦਾਵਾਂ ਦੇ ਮੁਖੀ ਜਾਂ ਇਸੇ ਤਰੀਕੇ ਦੇ ਨਾਲ ਦੋ ਪਰਿਵਾਰਾਂ ਦੇ ਮੋਹਰੀ ਚਲੇ ਜਾਣ ਤੇ ਦੋਵਾਂ ਨੂੰ ਸਰੋਪਾ ਦੇ ਕਰਕੇ ਨਵਾਜਿਆ ਜਾਂਦਾ, ਕਿਸੇ ਦੇ ਨਾਲ ਵੱਧ ਤੇ ਘੱਟ ਨਹੀਂ ਤੋਲਿਆ ਜਾਂਦਾ।
ਪਹਿਲਾਂ ਸਰੂਪਾ ਬਖਸ਼ਿਆ, ਮਾਣ ਬਖਸ਼ਿਆ ਸ੍ਰੀ ਰਾਗ ਜੀ ਦੇ ਤਾਈਂ, ਹੁਣ ਇੱਥੇ ਭੈਰੋ ਰਾਗ ਦੇ ਤਾਈਂ ਸਰੂਪਾ ਬਖਸ਼ ਕਰਕੇ, ਮਾਣ ਸਨਮਾਨ ਬਖਸ਼ ਕਰਕੇ ਉਹਨੂੰ ਨਿਹਾਲ ਕਰਨਗੇ। ਫਿਰ ਇਸੇ ਤਰੀਕੇ ਦੇ ਨਾਲ ਭਾਈ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਇਸ ਪਾਵਨ ਬਾਣੀ ਤੇ ਸ਼ੰਕਾ ਕਰਨਾ ਮੂਰਖਾਂ ਦੀ ਮਾਤੀ ਹੋ ਸਕਦੀ ਹੈ। ਭਾਵੇਂ ਆਪਣੇ ਆਪ ਨੂੰ ਬਹੁਤੇ ਸਿਆਣੇ ਵੀ ਅਖਵਾਉਂਦੇ ਹੋਣ, ਪਰ ਗੁਰਬਾਣੀ ਦਾ ਫਰਮਾਨ ਹੈ, ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ। ਉਹ ਪੜ੍ਹੇ ਹੋਏ ਵੀ ਮੂਰਖ ਹੀ ਹਨ ਜਿਨ੍ਹਾਂ ਦੇ ਅੰਦਰ ਹੰਕਾਰ ਹੈ ਆਪਣੀ ਪੜ੍ਹੀ ਹੋਈ ਵਿਦਿਆ ਦਾ। ਐਸਾ ਵਿਦਿਆ ਦਾ ਹੰਕਾਰ ਕਰਨ ਵਾਲਾ ਗਿਆਨੀ ਨਹੀਂ ਹੋ ਸਕਦਾ। ਭਾਈ ਗਿਆਨੀ ਤੇ ਉਹ ਹੈ ਜਿਹੜਾ ਗਿਆਨ ਦੀ ਬਾਤ ਕਰਦਾ, ਜਿਹੜਾ ਹੰਕਾਰ ਜਤਾਉਂਦਾ ਹੈ ਕਿ ਮੇਰਾ ਜੋ ਮੈਂ ਜਾਣਦਾ ਇਹ ਤੋਂ ਪਰੇ ਕੁਝ ਨਹੀਂ, ਭਾਈ ਉਹਨੂੰ ਮੂਰਖ ਹੀ ਕਿਹਾ ਜਾ ਸਕਦਾ। ਇਹ ਮੂਰਖ ਕਿਉਂ? ਮੂਰਖ ਨੂੰ ਆਪਾਂ ਕਿਹਨੂੰ ਮੂਰਖ ਕਹਿੰਦੇ? ਜਿਹੜਾ ਹੱਠ ਕਰਦਾ ਹੋਵੇ, ਹਠੀ ਹੋਵੇ ਕਿ ਜੋ ਮੈਂ ਜਾਣਦਾ ਇਹੋ ਹੀ ਪੂਰਾ, ਇਹ ਤੋਂ ਪਰੇ ਕੁਝ ਨਹੀਂ ਹੋ ਸਕਦਾ। ਹੱਠ ਕਰਨ ਵਾਲੇ ਮੂਰਖ ਅਖਵਾਉਂਦੇ ਹਨ। ਰਹੋ ਵਿਚਾਰ। ਫਿਰ ਦੂਸਰਾ ਸ਼ੰਕਾ ਕਰਦੇ ਜੀ ਇਹਦੇ ਤੇ ਸਤਿਗੁਰੂ ਸਾਹਿਬ ਜੀ ਨੇ ਮਹੱਲਾ ਨਹੀਂ ਲਿਖਵਾਇਆ। ਭਾਈ ਸ੍ਰੀ ਜਪਜੀ ਸਾਹਿਬ ਜੀ ਤੇ ਵੀ ਕਿਹੜਾ ਸਤਿਗੁਰੂ ਸਾਹਿਬ ਜੀ ਨੇ ਮਹੱਲਾ ਲਿਖਾਇਆ ਹੈ। ਫਿਰ ਜਿਵੇਂ ਹੀ ਬਕਸਾ ਖੋਲ੍ਹਿਆ ਜਾਂਦਾ ਹੈ, ਪਟਾਰੀ ਨੂੰ ਜਿਵੇਂ ਖੋਲ੍ਹਿਆ ਜਾਂਦਾ, ਬੰਦ ਵੀ ਉਸੇ ਤਰੀਕੇ ਨਾਲ ਕੀਤਾ ਜਾਂਦਾ ਹੈ। ਉਹਦਾ ਕੋਈ ਹੋਰ ਤਰੀਕਾ ਤੇ ਨਹੀਂ ਵਰਤਿਆ ਜਾਂਦਾ। ਜਿਵੇਂ ਆਰੰਭਤਾ ਕੀਤੀ ਹੈ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ, ਉਵੇਂ ਹੀ ਸਮਾਪਤੀ ਵੀ ਗਰੀਬ ਨਿਵਾਸ ਸਤਿਗੁਰੂ ਸਾਹਿਬ ਕਰ ਰਹੇ ਨੇ। ਫਿਰ ਜੀ ਇਹਦੇ ਤੇ ਨਾਨਕ ਨਾਮ ਨਹੀਂ ਇਹਦੇ ਵਿੱਚ ਆਇਆ। ਫਿਰ ਪਿਆਰਿਓ ਇਸੇ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਰਾਮਕਲੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਰਾਮਕਲੀ ਮਹੱਲਾ ਪੰਜਵਾਂ। ਰੁਣ ਝੁੰਝਣੜਾ ਗਾਓ ਸਖੀ ਹਰ ਏਕ ਧਿਆਵੋ, ਸਤਿਗੁਰੂ ਤੁਮ ਸੇਵ ਸਖੀ ਮਨ ਚਿੰਦੇ ਅੜਾ ਫਲ ਪਾਵੋ। ਉਹ ਸ਼ਬਦ ਦੇ ਵਿੱਚ ਵੀ ਨਾਨਕ ਨਾਮ ਨਹੀਂ ਆਇਆ। ਫਿਰ ਇਸੇ ਹੀ ਤਰੀਕੇ ਦੇ ਨਾਲ ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸਾਹੋ, ਇਹ ਸ਼ਬਦ ਦੇ ਵਿੱਚ ਵੀ ਨਾਨਕ ਨਾਮ ਨਹੀਂ ਆਇਆ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆ ਅਤੈ ਵਾਹਾ ਪਵੇ ਸਮੁੰਦ ਨਾ ਜਾਣੀ ਹੈ। ਇਸ ਸ਼ਬਦ ਦੇ ਵਿੱਚ ਵੀ ਨਾਨਕ ਨਾਮ ਨਹੀਂ ਆਉਂਦਾ। ਕਿ ਭਾਈ ਉਹ ਵੀ ਗੁਰੂ ਕੀ ਬਾਣੀ ਨਹੀਂ। ਤੇ ਜੇ ਕੋਈ ਆਪੋ ਹੀ ਆਪਣੇ ਕੋਲੋਂ ਹੀ ਕੋਈ ਪੰਕਤੀਆਂ ਉਚਾਰ ਕਰਕੇ ਉਹ 'ਚ ਨਾਨਕ ਨਾਮ ਲਿਖ ਦਵੇ ਤੇ ਕੀ ਉਹ ਗੁਰੂ ਕੀ ਬਾਣੀ ਹੋ ਜਾਵੇਗੀ? ਜਿਵੇਂ ਆ ਕਈ ਤੁਸੀਂ ਗਾਉਂਦੇ ਵੇਖੋਗੇ ਭੰਗੀ ਜੇ, ਆਪਣੇ ਕੋਲੋਂ ਹੀ ਉਚਾਰੀਆਂ ਹੋਈਆਂ ਪੰਕਤੀਆਂ ਕਿ ਜਿਹੜਾ ਹੈ ਭੰਗ ਤੇ ਨਾਮ ਖਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਗੁਰਬਾਣੀ ਦੀ ਪੰਕਤੀ ਹੈ ਹੀ ਨਹੀਂ। ਇਹ ਵੀ ਬੋਲੀ ਜਾਂਦੇ ਕਿ ਉਹਨੂੰ ਗੁਰਬਾਣੀ ਦੀ ਪੰਕਤੀ ਤੁਸੀਂ ਕਹਿ ਕੇ ਉਚਾਰ ਦੇਵੋਗੇ। ਇਸ ਤਰੀਕੇ ਦੇ ਨਾਲ ਨਹੀਂ ਭਾਈ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ। ਪਰਮੇਸ਼ਰ ਵਾਹਿਗੁਰੂ ਪੂਰੇ ਸਤਿਗੁਰੂ ਸਾਹਿਬ ਜੀ ਦਾ ਕੀਤਾ ਹੋਇਆ ਸਭ ਕੁਝ ਪੂਰਾ ਹੀ ਹੈ, ਕੋਈ ਘਟਦਾ ਤੇ ਵੱਧਦਾ ਨਹੀਂ। ਸਤਿਗੁਰੂ ਸਾਹਿਬ ਪੂਰੇ ਹੀ ਇਸ ਬਾਣੀ ਨੂੰ ਕਰਨ ਵਾਲੇ ਆਪ ਹੀ ਜਾਣਦੇ ਹਨ। ਅਸੀਂ ਕੌਣ ਹਾਂ ਜੋ ਸਤਿਗੁਰੂ ਸਾਹਿਬ ਜੀ ਨੂੰ ਰਾਇ ਦੇ ਸਕੀਏ? ਅਸੀਂ ਕੌਣ ਹਾਂ ਕਹਿ ਸਕੀਏ ਐਵੇਂ ਨਹੀਂ ਐਵੇਂ ਹੋਣਾ ਚਾਹੀਦਾ ਸੀ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਦਾ ਪੂਰਿਆਂ ਦਾ ਕੀਤਾ ਹੋਇਆ ਪੂਰਾ ਨਿਯਮ, ਇਹ ਸੰਵਿਧਾਨ ਸਤਿਗੁਰੂ ਸਾਹਿਬ ਜੀ ਨੇ ਬਣਾਇਆ ਹੈ। ਫਿਰ ਇਸੇ ਤਰੀਕੇ ਦੇ ਨਾਲ ਭਾਈ ਗੁਰਬਲਾਸ ਦੇ ਵਿੱਚ ਭਾਈ ਮਣੀ ਸਿੰਘ ਸਾਹਿਬ ਜੀ ਨੇ ਵੀ ਰਾਗਮਾਲਾ ਦੀ ਮਹਿਮਾ ਲਿਖਦਿਆਂ ਹੋਇਆਂ ਬਚਨ ਕੀਤੇ ਹਨ। ਭੋਗ ਪਾਵਹੁ ਰਾਗ ਮਾਲਾ ਪੜ, ਖਿਣ ਮਹਿ ਪਾਪ ਜਾਹੇ ਸਭ ਸੜ। ਰਾਗ ਮਾਲ ਪੜ ਹੋਵਤ ਪੂਰਾ, ਰਾਗ ਮਾਲ ਬਿਨ ਪਾਠ ਅਧੂਰਾ। ਕਹਿੰਦੇ ਭਾਈ ਰਾਗਮਾਲਾ ਪੜ੍ਹ ਕੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਭੋਗ ਪਾਉਣ ਨਾਲ ਖਿਣ ਭਰ ਦੇ ਵਿੱਚ ਹੀ ਕੀਤੇ ਹੋਏ ਸਾਰੇ ਪਾਪ ਸੜ ਜਾਂਦੇ ਹਨ। ਤੇ ਜੇ ਰਾਗਮਾਲਾ ਤੋਂ ਬਿਨਾਂ ਪਾਠ ਕਰੋ ਤੇ ਅਧੂਰਾ ਹੈ। ਸੰਪੂਰਨਤਾ ਹੀ ਤਾਂ ਹੈ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਰਾਗਮਾਲਾ ਪੜ੍ਹ ਕਰਕੇ ਭੋਗ ਪਾਇਆ ਜਾਵੇ। ਇਹਦਾ ਨਿਰਣਾ ਭਾਈ ਇਸੇ ਤਰੀਕੇ ਦੇ ਨਾਲ ਜਿਹੜੇ ਭਾਈ ਜੋਧ ਸਿੰਘ ਜੀ ਹੋਏ ਨੇ ਚੀਫ ਖਾਲਸਾ ਦੀਵਾਨ ਵਾਲੇ, ਇਹ ਵੀ ਪਹਿਲਾਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਰਾਗਮਾਲਾ ਨੂੰ ਬਾਣੀ ਨਹੀਂ ਸੀ ਮੰਨਿਆ ਕਰਦੇ। ਜਿਸ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਲਿਖਾਈ ਹੋਈ ਬੀੜ ਦੇ ਦਰਸ਼ਨ ਕੀਤੇ ਹਨ, ਜੋ ਭਾਈ ਗੁਰਦਾਸ ਜੀ ਨੇ ਲਿਖਿਆ, ਜਿਹਨੂੰ ਕਰਤਾਰਪੁਰ ਵਾਲੀ ਬੀੜ ਕਹਿੰਦੇ ਹਨ, ਉਹਦੇ ਦਰਸ਼ਨ ਕਰਕੇ ਇੱਕੋ ਹੀ ਲਿਖਾਈ, ਇੱਕੋ ਹੀ ਸਿਆਹੀ, ਇੱਕੋ ਹੀ ਤਰੀਕੇ ਦਾ ਉਚਾਰਨ ਵੇਖ ਕਰਕੇ ਮੱਥਾ ਟੇਕ ਕੇ ਆਖਿਆ ਭਾਈ ਸਾਡੀ ਗਲਤੀ ਸੀ, ਅਸੀਂ ਐਵੇਂ ਭੁੱਲੇ ਫਿਰਦੇ ਰਹੇ, ਆਪਣੇ ਹੰਕਾਰ ਨੂੰ ਪੱਠੇ ਪਾਉਂਦੇ ਰਹੇ। ਜਦੋਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਗੁਰਬਾਣੀ ਉਚਾਰੀ ਹੈ ਤੇ ਅਸੀਂ ਕੌਣ ਹਾਂ ਨਾ ਪੜ੍ਹਨ ਵਾਲੇ। ਫਿਰ ਉਸ ਸਮੇਂ ਸਾਰੇ ਸ਼ੰਕੇ ਮੇਟ ਕਰਕੇ ਤੇ ਇਹ ਪਾਵਨ ਬਾਣੀ ਪੜ੍ਹਨੀ ਭਾਈ ਜੋਧ ਸਿੰਘ ਚੀਫ ਖਾਲਸਾ ਦੀਵਾਨ ਵਾਲਿਆਂ ਨੇ ਵੀ ਸ਼ੁਰੂ ਕੀਤੀ ਸੀ।
ਇਸੇ ਤਰੀਕੇ ਨਾਲ ਦਿੱਲੀ ਵਾਲਾ ਜਿਹੜਾ ਸੋਭਾ ਸਿੰਘ ਸੀ, ਜਿਹੜਾ ਅੰਗਰੇਜ਼ਾਂ ਦਾ ਪ੍ਰੇਰਿਆ ਹੋਇਆ, ਸੋ ਸਤਿਗੁਰੂ ਸਾਹਿਬ ਜੀ ਦੇ ਪੰਥ ਦੇ ਵਿੱਚ ਸੋ ਐਸਾ ਝਗੜਾ ਪਾਉਣ ਵਾਸਤੇ ਰਾਗ ਮਾਲਾ ਤੋਂ ਬਿਨਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਲਿਖ ਕਰਕੇ ਲੈ ਆਇਆ। ਲਿਆ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਸ ਸਿੰਘਾਂ ਨੂੰ ਕਿਹਾ ਇਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਦਿੱਤੀ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਤੇ ਜਿਸ ਸਮੇਂ ਪਹੁੰਚਿਆ, ਗੁਰੂ ਕੇ ਖਾਲਸੇ ਨੇ ਆਖਿਆ ਉਹ ਪਾਪੀਆ ਤੂੰ ਬੜਾ ਵੱਡਾ ਪਾਪ ਕੀਤਾ ਹੈ, ਤੈਨੂੰ ਸਤਿਗੁਰੂ ਸਾਹਿਬ ਜੀ ਦੀ ਮਰਿਆਦਾ ਦੇ ਉਲਟ ਨਹੀਂ ਸੀ ਚੱਲਣਾ ਚਾਹੀਦਾ। ਕਹਿਣ ਲੱਗਾ ਤੁਹਾਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ। ਉਸ ਸਮੇਂ ਗੁਰੂ ਕੀਆਂ ਸਿੱਖ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਖੜੇ ਹੋ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਕਿਰਪਾਲੂ ਸਤਿਗੁਰੂ ਸਾਹਿਬ ਜੀ, ਜੇ ਆਪ ਜੀ ਦੀ ਇਹ ਬਾਣੀ ਨਹੀਂ ਤੇ ਆਪ ਜੀ ਦੀਆਂ ਸਿੱਖ ਸੰਗਤਾਂ ਵੀ ਹੁਣ ਪੜ੍ਹਨ ਨੂੰ ਹਟ ਜਾਣਗੀਆਂ, ਜਾਂ ਤੇ ਜੇ ਆਪ ਜੀ ਦੀ ਬਾਣੀ ਹੈ ਤੇ 8 ਦਿਨਾਂ ਦੇ ਵਿੱਚ ਇਹ ਸੋਭਾ ਸਿੰਘ ਨੂੰ ਨਤਾਰਾ ਜ਼ਰੂਰ ਵਿਖਾ ਲਓ। ਭਾਈ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ ਹੈ, 8 ਦਿਨਾਂ ਦੇ ਵਿੱਚ ਇਹ ਸੋਭਾ ਸਿੰਘ ਦੀ ਜ਼ਬਾਨ 'ਚ ਕੀੜੇ ਪਏ, ਤੇ ਜ਼ਬਾਨ 'ਚ ਕੀੜੇ ਪੈਣੇ ਤੇ ਫਿਰ ਇਹ ਬਹੁਤਾ ਦੁਖੀ ਹੋਇਆ, ਸਿੱਖ ਸੰਗਤਾਂ ਦੇ ਚਰਨਾਂ ਤੇ ਆਣ ਕੇ ਡਿੱਗਿਆ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਹਾਜ਼ੂਰੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਆਣ ਕਰਕੇ ਲਿਖਤੀ ਰੂਪ ਵਿੱਚ ਮਾਫੀ ਮੰਗੀ। ਲਿਖਤੀ ਰੂਪ ਵਿੱਚ ਮੈਂ ਭੁੱਲ ਗਿਆ ਗੁਰੂ ਕੇ ਖਾਲਸਾ ਜੀ, ਸਤਿਗੁਰੂ ਸਾਹਿਬ ਜੀ ਦੀ ਬਾਣੀ ਹੈ, ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਕੋਈ ਸ਼ੰਕਾ ਨਹੀਂ ਕਰ ਸਕਦਾ। ਭਾਈ ਐਸਾ ਹੀ ਸਜ਼ਾ ਸਤਿਗੁਰੂ ਸਾਹਿਬ ਜੀ ਨੇ ਗੁਰੂ ਕੀਆਂ ਸੰਗਤਾਂ ਦੇ ਕਹਿਣ ਤੇ ਦਿੱਤੀ। ਜ਼ਬਾਨ 'ਚ ਕੀੜੇ ਪਏ, ਜਿਸ ਜ਼ਬਾਨ ਦੇ ਨਾਲ ਗੁਰੂ ਕੀ ਬਾਣੀ ਦੀ ਨਿੰਦਿਆ ਕਰਦਾ ਸੀ। ਫਿਰ ਲਿਖਤੀ ਮਾਫੀ ਮੰਗੀ। ਉਹ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕਾਗਜ਼ਾਂ ਦੇ ਵਿੱਚ ਭਾਈ ਅਕਾਲੀ ਲਹਿਰ ਤੱਕ ਰਹੀ ਹੈ, ਅਕਾਲੀ ਲਹਿਰ ਤੱਕ। ਜਿਸ ਸਮੇਂ ਅਕਾਲੀ ਲਹਿਰ ਵੇਲੇ ਜਦੋਂ ਗੜਗੱਜ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਰਾਗਮਾਲਾ ਦੇ ਜਾਪ ਬੰਦ ਕਰਵਾਏ, ਉਸ ਸਮੇਂ ਇਹਨਾਂ ਨੇ ਉਹ ਪੱਤਰਾ ਜਿਹੜਾ ਸੀ ਉਹਦਾ ਲਿਖਤੀ ਮਾਫੀ ਵਾਲਾ ਉਹ ਲੁਕਾ ਦਿੱਤਾ। ਐਸੀ ਇਹਨਾਂ ਚੋਰੀ ਕੀਤੀ ਹੈ। ਪਰ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਐਸੀ ਜਿਹੜੇ ਨਹੀਂ ਬਾਣੀ ਇਹ ਰਾਗਮਾਲਾ ਪੜ੍ਹਨ ਵਾਲੇ, ਉਹਨਾਂ ਨੂੰ ਐਸੀਆਂ ਸਜ਼ਾਵਾਂ ਸਤਿਗੁਰੂ ਸਾਹਿਬ ਜੀ ਨੇ ਦਿੱਤੀਆਂ ਹਨ। ਇਸ ਕਰਕੇ ਗੁਰੂ ਕੀ ਬਾਣੀ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ। ਫਿਰ ਇਸੇ ਹੀ ਤਰੀਕੇ ਦੇ ਨਾਲ ਜੋ ਪਾਵਨ ਸਰੂਪ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਜੇ ਕਿਸੇ ਨੂੰ ਅਜੇ ਵੀ ਸ਼ੰਕਾ ਹੋਵੇ ਮਨ ਦੇ ਵਿੱਚ ਭਈ ਇਹ ਕਿਵੇਂ ਅਸੀਂ ਮੰਨ ਲਈਏ, ਤੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਜੋ ਭਾਈ ਰੂਪੇ ਜੀ ਦੀ ਅੰਸ਼ ਬੰਸ ਦੇ ਪਾਸ ਭਾਈ ਰੂਪੇ ਨਗਰ ਵਿੱਚ ਜੋ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਨੇ ਦਿੱਤੇ ਹਨ, ਉਹ ਵੀ ਭਾਈ ਰਾਗਮਾਲਾ ਸਹਿਤ ਸੰਪੂਰਨ ਸਤਿਗੁਰੂ ਸਾਹਿਬ ਜੀ ਦੇ ਸਰੂਪ ਕਲਗੀਧਰ ਚੋਜੀ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਉਹ ਪਰਿਵਾਰ ਦੇ ਪਾਸ ਹੈ। ਇਸੇ ਤਰੀਕੇ ਦੇ ਨਾਲ ਆਰਮੀ ਦੀ ਯੂਨਿਟ ਹੈ, ਪੰਜਾਬ ਦੀ ਯੂਨਿਟ ਆਰਮੀ ਦੀ, ਉਹਨਾਂ ਪਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਹਨ। ਉਹ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਹੁਰਾ ਸਾਹਿਬ ਦੇ ਹੱਥ ਲਿਖਤ ਹਨ। ਉਹ ਸਰੂਪ ਜਿਹੜੇ ਹਨ ਉਹਨਾਂ ਤੇ ਵੀ ਪਾਵਨ ਪਵਿੱਤਰ ਗੁਰਬਾਣੀ ਸੋ ਰਾਗਮਾਲਾ ਸਹਿਤ ਉਦਾਸ ਨੇ ਜਾ ਕਰਕੇ ਦਰਸ਼ਨ ਕੀਤੇ ਫੌਜ ਦੀ ਯੂਨਿਟ ਕੋਲ, ਸੋ ਉਹ ਵੀ ਉੱਥੇ ਸ਼ੋਭਾ ਪਾ ਰਹੇ ਹਨ। ਫਿਰ ਇਸੇ ਤਰੀਕੇ ਦੇ ਨਾਲ ਜੋ ਬਾਬਾ ਦੀਪ ਸਿੰਘ ਜੀ ਦੇ ਦਮਦਮਾ ਸਾਹਿਬ ਵਾਲੇ ਸਰੂਪ ਹਨ, ਉਹਨਾਂ ਦੇ ਵਿੱਚ ਵੀ ਰਾਗਮਾਲਾ ਸ਼ੋਭਤ ਹੈ। ਜਿੰਨੇ ਸਰੂਪ ਹਨ ਸਾਰਿਆਂ ਦੇ ਵਿੱਚ ਹੱਥ ਲਿਖਤ ਇਹ ਕੇਵਲ ਤੇ ਕੇਵਲ ਇਹ ਜਿਹੜਾ ਸੋਭਾ ਸਿੰਘ ਸੀ ਨਾ, ਇਹਨੇ ਸੋ ਇਹ ਨਿਰਣਾ ਕਿਉਂ ਕੀਤਾ, ਜੋ ਬਾਬਾ ਦੀਪ ਸਿੰਘ ਜੀ ਦਾ ਜਿਹਨੂੰ ਦਮਦਮਾ ਸਾਹਿਬ ਵਾਲਾ ਸਰੂਪ ਕਹਿੰਦੇ ਹਨ, ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਮਰਿਆਦਾ ਬਣਾਈ। ਜਦੋਂ ਅਗਲੇ ਰਾਗ ਦੀ ਆਰੰਭਤਾ ਕਰਦੇ ਨੇ ਇੱਕ ਅੰਗ ਛੱਡ ਕਰਕੇ ਵਿੱਚ ਤੇ ਫਿਰ ਅੱਗੇ ਜਾ ਕਰਕੇ ਨਵੇਂ ਰਾਗ ਦੀ ਆਰੰਭਤਾ ਕਰਦੇ ਨੇ। ਇਹ ਇਸੇ ਤਰੀਕੇ ਨਾਲ ਸਾਰੇ ਸਰੂਪ ਦੀ ਲਿਖਾਈ ਬਾਬਾ ਦੀਪ ਸਿੰਘ ਜੀ ਨੇ ਕੀਤੀ ਹੈ। ਉਹਨੂੰ ਵੇਖ ਕਰਕੇ ਕਿ ਅਗਲਾ ਅੰਗ ਛੱਡ ਕਰਕੇ ਫਿਰ ਰਾਗਮਾਲਾ ਲਿਖੀਏ, ਇਹ ਸ਼ੰਕੇ 'ਚ ਪੈ ਗਏ। ਪਰ ਭਾਈ ਗੁਰੂ ਕੀ ਬਾਣੀ ਤੇ ਸ਼ੰਕਾ ਕਰਨਾ ਯੋਗ ਨਹੀਂ ਹੈ। ਜਿਹੜੇ ਸ਼ੰਕਾ ਕਰਦੇ ਹਨ ਉਹਨਾਂ ਨੂੰ ਐਸੇ ਸ਼ੰਕਿਆਂ ਤੋਂ ਸੋ ਬਚਣਾ ਚਾਹੀਦਾ ਹੈ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣਨਾ ਚਾਹੀਦਾ ਹੈ। ਫਿਰ ਇਸੇ ਹੀ ਤਰੀਕੇ ਦੇ ਨਾਲ 1991-92 ਦੇ ਵਿੱਚ 90-91 ਦੇ ਵਿੱਚ ਭਾਈ ਰਾਮ ਸਿੰਘ ਜੋ ਅਖੰਡ ਕੀਰਤਨੀ ਜਥੇ ਦੇ ਮੁਖੀ ਸਨ ਉਸ ਸਮੇਂ ਦੇ, ਉਹਨਾਂ ਤੇ ਉਹਨਾਂ ਦੀ ਧਰਮ ਪਤਨੀ ਨੇ
ਇੱਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਹੱਥੀਂ ਲਿਖ ਕਰਕੇ ਬਿਨਾਂ ਰਾਗਮਾਲਾ ਤੋਂ, ਸੋ ਉਦੋਂ ਚਾਹਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਦਾ ਪ੍ਰਕਾਸ਼ ਕੀਤਾ ਜਾਵੇ। ਬਾਬਾ ਠਾਕਰ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਮਹਾਂਪੁਰਖਾਂ ਨੇ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਟੌੜੇ ਨੂੰ ਸੱਦ ਕਰਕੇ ਕਿਹਾ ਕਿ ਦਮਦਮੀ ਟਕਸਾਲ ਸਤਿਗੁਰੂ ਸਾਹਿਬ ਜੀ ਦੀ ਮਰਿਆਦਾ ਬਹਾਲੀ ਵਾਸਤੇ ਹੈ। ਭਾਈ ਜਾਂ ਤੇ ਇਹ ਜੋ ਰਾਗਮਾਲਾ ਤੋਂ ਬਿਨਾਂ ਸਰੂਪ ਇਹਨੇ ਲਿਖੇ ਹਨ, ਜਾਂ ਤੇ ਇਹਦੇ ਬਾਬਤ ਕੋਈ ਸਟੈਂਡ ਲਿਆ ਜਾਵੇ, ਨਹੀਂ ਤੇ ਗੁਰੂ ਕਾ ਖਾਲਸਾ ਫਿਰ ਜੋਗ ਸਜ਼ਾ ਇਹਨਾਂ ਨੂੰ ਦਵੇਗਾ। ਉਸ ਸਮੇਂ ਫਿਰ ਭਾਈ ਗੁਰਚਰਨ ਸਿੰਘ ਟੌੜਾ ਜੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਇਹਨਾਂ ਨੂੰ ਸੱਦ ਕਰਕੇ ਭਾਈ ਰਾਮ ਸਿੰਘ ਦੇ ਤਾਈਂ ਤੇ ਨਾਲ ਤੇ ਇਹਨਾਂ ਨੂੰ, ਸੋ ਉਸ ਸਮੇਂ ਇਹਨਾਂ ਕੋਲੋਂ ਇਹ ਰਿਲਾਈਜ਼ ਕਰਾਇਆ, ਇਹਨਾਂ ਕੋਲ ਮਾਫੀ ਮੰਗਵਾਈ, ਸਿੱਖ ਸੰਗਤਾਂ ਦੇ ਵਿੱਚ ਮਾਫੀ ਮੰਗਵਾ ਕਰਕੇ ਤੇ ਉਸ ਸਰੂਪ ਦੇ ਵਿੱਚ ਰਾਗਮਾਲਾ ਲਿਖਾ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫਿਰ ਸੁਭਾਏਮਾਨ ਕੀਤਾ। 26 ਜਨਵਰੀ 1986 ਨੂੰ ਗੁਰੂ ਕੇ ਖਾਲਸੇ ਨੇ ਸਰਬੱਤ ਖਾਲਸਾ ਕਰਕੇ ਇਹ ਮਤਾ ਪਾਸ ਕੀਤਾ ਕਿ ਕਿਸੇ ਵੀ ਥਾਂ ਤੇ ਸੋ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਸੋ ਸਾਰਿਆਂ ਥਾਵਾਂ ਤੇ ਪਾਵਨ ਗੁਰਬਾਣੀ ਰਾਗਮਾਲਾ ਦਾ ਸੋ ਪੜ੍ਹ ਕੇ ਹੀ ਭੋਗ ਪਾਏ ਜਾਣਗੇ, ਉਵੇਂ ਕੋਈ ਨਹੀਂ ਪਾ ਸਕਦਾ। ਇਹ ਮਤਾ ਗੁਰੂ ਕੇ ਖਾਲਸੇ ਨੇ ਸਰਬੱਤ ਖਾਲਸਾ ਕਰਕੇ ਲਿਆ ਹੈ। ਇਸ ਮਤੇ ਨੂੰ ਆਪਾਂ ਸਾਰਿਆਂ ਨੂੰ ਪ੍ਰਵਾਨਗੀ ਸਿਰ ਝੁਕਾ ਕੇ ਸਾਨੂੰ ਮੰਨਣਾ ਚਾਹੀਦਾ ਹੈ। ਇਹ ਗੁਰੂ ਕੇ ਖਾਲਸੇ ਦਾ ਫਿਰ ਗੁਰੂ ਕੀ ਬਾਣੀ ਹੈ। ਜੇ ਅਜੇ ਵੀ ਕਿਸੇ ਨੇ ਹੋਰ ਨਿਰਣਾ ਕਰਨਾ ਹੋਵੇ, ਜਿਸ ਵਿਦਿਆਰਥੀ ਰਾਗੀ ਸਿੰਘ ਦੀ ਭਾਈ ਰਸਨਾ ਤੇ ਰਾਸਨਾ ਹੋਵੇ, ਰਾਗ ਸਿੱਖਦਿਆਂ ਹੋਇਆਂ ਰਾਗ ਵਿਦਿਆ ਉਹਨੂੰ ਉਚਰਦੀ ਨਾ ਹੋਵੇ, ਰਾਗ ਵਿਦਿਆ 'ਚ ਮਾਰਨਾ ਹੁੰਦਾ ਹੋਵੇ, ਜਿਵੇਂ ਆਮ ਮੈਂ ਜਥੇ ਦੀ ਸੰਗਤ ਕਰਦਿਆਂ ਵੇਖਿਆ, ਜਿਨ੍ਹਾਂ ਸਿੰਘਾਂ ਨੂੰ ਛੇਤੀ ਸੁਰ ਗਿਆਨ ਨਹੀਂ ਸੀ ਹੁੰਦਾ, ਆਮ ਸਿੰਘ ਉਹਨਾਂ ਨੂੰ ਕਿਹਾ ਕਰਦੇ, ਗੁਰੂ ਕੇ ਸਿੰਘਾ ਰਾਗਮਾਲਾ ਦੇ ਨਿਤਨੇਮ ਕਰਿਆ ਕਰ, ਕਿਰਪਾਲੂ ਸਤਿਗੁਰੂ ਸਾਹਿਬ ਕਿਰਪਾ ਕਰਨਗੇ, ਤੇਰੇ ਤੇ ਰਹਿਮਤ ਕਰਨਗੇ, ਗਰੀਬ ਨਵਾਜ ਦੀ ਕਿਰਪਾ ਸਦਕਾ ਤੈਨੂੰ ਸੁਰ ਗਿਆਨ ਹੋ ਜਾਵੇਗਾ, ਤੂੰ ਰਾਗਾਂ ਦਾ ਸੋ ਧਣੀ ਹੋ ਜਾਵੇਗਾ। ਤੇ ਇਵੇਂ ਹੀ ਅੱਜ ਵੀ ਕਿਸੇ ਨੇ ਨਿਰਣਾ ਕਰਨਾ ਹੋਵੇ, ਆ ਕਈ ਬੇਸੁਰੇ ਤੇ ਬੇਤਾਲੇ ਰਾਗੀ ਤੁਸੀਂ ਵੇਖੋਗੇ ਜਿਹੜੇ ਗੁਰੂ ਕੀ ਬਾਣੀ ਦੀ ਨਿੰਦਿਆ ਕਰਦੇ ਨੇ, ਨਾ ਉਹਨਾਂ ਦੇ ਪੱਲੇ ਰਾਗ ਹੈ ਨਾ ਤਾਲ ਹੈ, ਭਾਵੇਂ ਵਿਹਾਂਕੀ ਜਿੰਨਾ ਮਰਜੀ ਵੀ ਜਾਣ, ਇਵੇਂ ਕਹਿਣਾ ਬਣਦਾ ਤੇ ਨਹੀਂ। ਪਰ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਬਾਣੀ ਨੂੰ ਛੱਡਣ ਕਰਕੇ ਇਹ ਦੋਸ਼ ਸੁਭਾਵਕ ਹੀ ਉਹਨਾਂ ਦੇ ਰਸਨਾ ਤੇ ਆ ਜਾਂਦੇ ਹਨ। ਪਰ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਜਾਪ ਆਰੰਭ ਕਰਕੇ ਵੇਖਣ, ਜੇ ਕਿਸੇ ਨੇ ਨਿਰਣਾ ਕਰਨਾ ਹੋਵੇ, ਜ਼ਬਾਨ 'ਚ ਰਸ ਵੀ ਆਵੇਗਾ ਤੇ ਰਾਗਾਂ ਦਾ ਗਿਆਨ ਵੀ ਹੋਵੇਗਾ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਐਸੀ ਬਖਸ਼ਿਸ਼ ਕਰਨ ਵਾਲੇ ਉਹ ਭਾਈ ਗੁਰਦਾਸ ਜੀ ਨੇ ਉਸ ਸਮੇਂ ਉਹਨਾਂ ਦੀ ਪੰਕਤੀ ਬਣਾ ਕਰਕੇ ਲਿਆ ਕਰਕੇ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਸੁਣਾਈ। ਕਿਹਾ ਮਹਾਰਾਜ ਇਹ ਸਾਰੇ ਹੀ ਆਪ ਜੀ ਦਾ ਜਸ ਗਾ ਰਹੇ ਹਨ। ਪਹਿਲਾਂ ਮੰਗਲ ਕਰਦੇ ਨੇ, ਜਿਵੇਂ ਇੱਕ ਉਹ ਅਦਵੈਤ ਬ੍ਰਹਮ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਪੂਰੇ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਜੀ। ਰਾਗਮਾਲਾ ਰਾਗ ਏਕ ਸੰਗ ਪੰਚ ਬਰੰਗਨ। ਹੁਣ ਇੱਥੋਂ ਰਾਗਾਂ ਦੀ ਮਾਲਾ ਪੰਕਤੀ ਆਰੰਭ ਕਰਦੇ ਹਨ ਭਾਈ। 106 ਰਾਗ ਹਨ ਤੇ ਇੱਕ ਰਾਗ ਦੇ ਨਾਲ ਪੰਜ ਬਰੰਗਣ, ਸੋ ਬਰ ਅੰਗਣ ਬਰ ਸ੍ਰੇਸ਼ਟ ਅੰਗਾਂ ਵਾਲੀਆਂ 5 ਉਹਨਾਂ ਦੀਆਂ ਧਰਮ ਪਤਨੀਆਂ ਹੋਣਗੀਆਂ ਜੀ। ਸੰਗ ਅਲਾਪ ਹੈ 8 ਨੰਦਨ, ਤੇ ਨਾਲ ਉਹਨਾਂ ਦੇ ਸੰਗ ਉਹਨਾਂ ਦਾ ਪਰਿਵਾਰ 8 ਨੰਦਨ 8 ਪੁੱਤਰ ਹੋਣਗੇ ਇੱਕ ਰਾਗ ਦੇ। ਪ੍ਰਥਮ ਰਾਗ ਭੈਰੋ ਵੈ ਕਰਹੀ। ਪਹਿਲਾਂ ਸੋ ਉਚਾਰਨ ਕਰਦੇ ਹਨ ਪ੍ਰਥਮ। ਪਹਿਲਾਂ ਇੱਥੇ ਰਾਗਮਾਲਾ ਦੀ ਆਰੰਭਤਾ ਤੇ ਭੈਰੋ ਰਾਗ ਨੂੰ ਸਨਮਾਨ ਸਤਿਗੁਰੂ ਸਾਹਿਬ ਬਖਸ਼ ਰਹੇ ਹਨ। ਪੰਚ ਰਾਗਨੀ ਸੰਗ ਰਹੀ। ਸੋ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਸਾਹਿਬ ਜੀ ਪਹਿਲਾਂ ਜਿਹੜਾ ਭੈਰੋ ਰਾਗ ਹੈ ਆਪ ਜੀ ਦੇ ਗੁਣ ਗਾ ਰਿਹਾ ਹੈ, ਫਿਰ ਨਾਲ ਪੰਜੇ ਹੀ ਰਾਗਣੀਆਂ ਉਹਦੇ ਸੰਗ ਆਪ ਜੀ ਦੇ ਪਾਵਨ ਜਸ ਨੂੰ ਉਚਾਰਨ ਕਰਦੀਆਂ ਹਨ। ਪ੍ਰਥਮ ਭੈਰਵੀ ਬਲਾਵਲੀ। ਹੁਣ ਉਹਨਾਂ ਦੀ ਗਿਣਤੀ ਦੱਸਦੇ ਨੇ ਮਹਾਰਾਜ, ਪਹਿਲਾਂ ਭੈਰਵੀ ਰਾਗਣੀ ਫਿਰ ਬਲਾਵਲੀ, ਇਹ 2 ਇਹ ਆਪ ਜੀ ਦੇ ਜਸ ਨੂੰ ਗਾਉਂਦੀਆਂ ਹਨ ਜੀ। ਪੁਨਿਆਕੀ ਗਾਵਹਿ ਬੰਗਲੀ। ਫਿਰ ਮਹਾਰਾਜ ਜੀ ਪੁਨਿਆਕੀ ਰਾਗਣੀ ਤੇ ਬੰਗਲੀ ਉਹ ਆਪ ਜੀ ਦਾ ਜਸ ਗਾਉਂਦੀਆਂ ਹਨ ਜੀ। ਪੁਨ ਅਸਲੇਖੀ ਕੀ ਭਈ ਬਾਰੀ। ਫਿਰ ਮਹਾਰਾਜ ਅਸਲੇਖੀ ਰਾਗਣੀ ਜਿਹੜੀ ਉਹਦੀ ਵਾਰੀ ਹੈ ਆਪ ਜੀ ਦੇ ਜਸ ਗਾਉਣ ਦੀ। ਇਹ ਭੈਰੋ ਕੀ ਪਾਂਚੋ ਨਾਰੀ। ਇਹ ਭੈਰੋ ਰਾਗ ਦੀਆਂ 5 ਨਾਰੀ ਰਾਗਣੀਆਂ ਇਹ ਹਨ ਭੈਰੋ ਰਾਗ ਦੀਆਂ ਇਸਤਰੀਆਂ ਜੀ। ਪੰਚਮ ਹਰਖ ਦਸਾਕ ਸੁਨਾਵਹਿ। ਸੋ
ਪੰਜੇ ਦੀਆਂ ਪੰਜੇ ਹੀ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਗੁਣਾਂ ਨੂੰ ਗਾ ਗਾ ਕਰਕੇ ਹਰਖ ਖੁਸ਼ੀ ਦੇ ਸਹਿਤ ਸੁਣਾਉਂਦੀਆਂ ਹਨ। ਬੰਗਾਲਮ ਮਦ ਮਾਧਵ ਗਾਵਹਿ। ਮਹਾਰਾਜ ਹੁਣ ਇਹਨਾਂ ਦੇ ਜਿਹੜੇ ਸੋ ਫਿਰ ਪੰਚਮ ਫਿਰ ਇਹਦੇ ਪੁੱਤਰ ਜਿਹੜੇ ਹਨ ਸਤਿਗੁਰੂ ਸਾਹਿਬ ਜੀ ਇਹ ਫਿਰ ਪੰਚਮ ਤੇ ਹਰਖ ਤੇ ਦਸਾਖ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਹਨ ਤਿੰਨੇ, ਤੇ ਫਿਰ ਬੰਗਾਲਮ ਮਦ ਤੇ ਮਾਧਵ ਆਪ ਜੀ ਦੇ ਗੁਣਾਂ ਨੂੰ ਗਾ ਰਹੇ ਹਨ 6। ਲਲਤ ਬਲਾਵਲ ਗਾਵਹੀ। ਤੇ ਫਿਰ ਮਹਾਰਾਜ ਲਲਤ ਤੇ ਬਲਾਵਲ 2 ਉਹ ਇਹ 8 ਖੁਸ਼ੀ ਦੇ ਸਹਿਤ ਆਪ ਜੀ ਦੇ ਜਸ ਨੂੰ ਗਾਉਂਦੇ ਹਨ। ਆਪਣੀ ਆਪਣੀ ਭਾਂਤ ਆਪਣੀ ਆਪਣੀ ਭਾਂਤ ਤਰੀਕੇ ਦੇ ਨਾਲ ਜੀ। ਅਸ਼ਟ ਪੁੱਤਰ ਭੈਰਵ ਕੇ। ਇਹ 8 ਪੁੱਤ ਜਿਹੜੇ ਭੈਰਵ ਰਾਗ ਦੇ ਹਨ। ਗਾਵਹਿ ਗੈਨ ਪਾਤਰ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਗਾਉਣ ਨੂੰ ਸੋ ਆਪ ਜੀ ਦੇ ਗੁਣਾਂ ਨੂੰ ਗਾ ਰਹੇ ਹਨ ਪਾਤਰ ਅਨੇਕ ਵਿਧੀਆਂ ਦੁਆਰਾ। ਦੁਤੀਆ ਮਾਲ ਕੌਸਕ ਆਲਾਪ ਹੈ। ਹੁਣ ਦੂਜਾ ਰਾਗ ਜਿਹੜਾ ਹੈ ਇਹ ਮਹਾਰਾਜ ਮਾਲ ਕੌਸਕ ਆਲਾਪ ਰਹੇ ਹਾਂ। ਸੰਗ ਰਾਗਨੀ ਪਾਂਚੋ ਥਾਪ ਹੈ। ਇਹਦੇ ਵੀ ਨਾਲ ਇਹਦਾ ਪਰਿਵਾਰ 5 ਇਸਤਰੀਆਂ ਇਹਦੀਆਂ ਥਾਪੀਆਂ ਸਥਾਪਨ ਕੀਤੀਆਂ ਹਨ। ਗੋਂਡ ਕਰੀ ਅਰ ਦੇਵ ਗੰਧਾਰੀ। ਕਿਹੜੀਆਂ ਕਿਹੜੀਆਂ ਜੀ? ਗੌਂਡ ਕਰੀ ਪਹਿਲੀ ਸੋ ਗੌਂਡ ਕਰੀ ਰਾਗਣੀ ਹੈ ਤੇ ਦੂਸਰੀ ਗੌਂਡ ਰਾਗਣੀ ਤੇ ਫਿਰ ਦੇਵ ਗੰਧਾਰੀ ਜੀ। ਗੰਧਾਰੀ ਸੀ ਹੁਤੀ ਉਚਾਰੀ। ਫਿਰ ਮਹਾਰਾਜ ਗੰਧਾਰੀ ਤੇ ਨਾਲ ਇਹ ਗੰਧਾਰੀ ਰਾਗਣੀ ਦਾ ਨਾਮ ਹੈ ਤੇ ਸੀ ਹੁਤੀ ਉਚਾਰੀ ਉਚਾਰਨ ਕਰਦੀ ਆਪ ਜੀ ਦੇ ਜਸ ਨੂੰ। ਤਨਾਸਰੀ ਇਹ ਪਾਚੋ ਗਾਈ। ਤੇ ਪੰਜਵੀਂ ਤਨਾਸਰੀ ਰਾਗਣੀ ਗਾਉਣਾ ਕੀਤੀ ਹੈ ਜੀ, ਗਾਉਂਦੀ ਹੈ ਆਪ ਜੀ ਦੇ ਜਸ ਦੇ ਤਾਂ ਹੀ ਪਵਿੱਤਰ ਦੇ। ਮਾਲ ਰਾਗ ਕੌਸਕ ਸੰਗ ਲਾਈ। ਇਹ ਮਹਾਰਾਜ ਇਹ ਪੰਜੇ ਹੀ ਰਾਗਣੀਆਂ ਦੀ ਜਿਹੜੀ ਮਾਲਾ ਹੈ ਸ੍ਰੇਸ਼ਟ ਇਹ ਕੌਸਕ ਜਿਹੜਾ ਮਾਲ ਕੌਸਕ ਰਾਗ ਹੈ ਉਹਦੇ ਸੰਗ ਲਾਉਣਾ ਕੀਤੀਆਂ ਹਨ ਇਹ ਪੰਜੇ ਰਾਗਣੀਆਂ। ਮਾਰੂ ਮਤ ਅੰਗ ਮੇਵਾਰਾ। ਹੁਣ ਇਹਨਾਂ ਦੇ ਪੁੱਤਰਾਂ ਦੀ ਗਿਣਤੀ ਦੱਸਦੇ ਹਨ। ਮਾਰੂ ਰਾਗ ਤੇ ਫਿਰ ਇਸ ਤਰੀਕੇ ਦੇ ਨਾਲ ਮਹਾਰਾਜ ਮਸਤ ਅੰਗ ਤੇ ਮਸਤ ਹੋਇਆ ਅੰਗਾਂ ਦੇ ਸਹਿਤ ਗਾਉਂਦਾ ਹੈ ਮਵਾਰਾ ਵੀ ਜੀ। ਪਰਬਲ ਚੰਡ ਕੌਸਕ ਉਭਾਰਾ। ਪ੍ਰਬਲ ਤੇ ਚੰਡ ਤੇ ਕੌਸਕ ਤੇ ਉਭਾਰਾ ਵੀ। ਖੌਖਟ ਔ ਭੌਰਾ ਨਿਦ ਗਾਏ। ਤੇ ਖੌਖਟ ਰਾਗ ਤੇ ਭੌਰਾਨੰਦ ਇਹ ਦੋਵੇਂ ਰਾਗ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਹਨ। ਅਸ਼ਟਮਾਲ ਕੌਸਕ ਸੰਗ ਲਾਏ। ਇਹ 8 ਪੁੱਤਰ ਮਾਲ ਕੌਸਕ ਰਾਗ ਦੇ ਨਾਲ ਲਾਉਣਾ ਕੀਤੇ ਹਨ। ਪੁਨ ਆਇਓ ਹੰਡੋਲ। ਫਿਰ ਜੀ ਮਹਾਰਾਜ ਹੰਡੋਲ ਰਾਗ ਦੀ ਵਾਰੀ ਆਉਂਦੀ ਹੈ। ਆਇਆ ਹੈ ਆਪ ਜੀ ਦੀ ਸ਼ਰਨ ਵਿੱਚ ਆਪ ਜੀ ਦੇ ਗੁਣਾਂ ਨੂੰ ਗਾਉਣ ਵਾਸਤੇ। ਪੰਚ ਨਾਰ ਸੰਗ ਅਸ਼ਟ ਸੁਤ। ਮਹਾਰਾਜ 5 ਇਸਤਰੀਆਂ ਹਨ ਬਰ ਸ੍ਰੇਸ਼ਟ ਇਹਦੀਆਂ ਤੇ 8 ਪੁੱਤਰ ਹਨ ਜੀ। ਉਠੈ ਤਾਨ ਕਲੋਲ। ਮਹਾਰਾਜ ਬੜੇ ਤਾਣ ਦੇ ਸਹਿਤ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਆਪ ਜੀ ਦੇ ਜਸ ਨੂੰ ਗਾਉਂਦੇ ਹਨ। ਫਿਰ ਇਸੇ ਤਰੀਕੇ ਦੇ ਨਾਲ ਉੱਠੇ ਤਾਣ ਕਲੋਲ ਇਹ ਪਾਤਸ਼ਾਹ ਆਪ ਜੀ ਦੇ ਜਸ ਨੂੰ ਗਾ ਰਹੇ ਹਨ ਬੜੇ ਰਹਿਮਤ ਦੇ ਸਹਿਤ। ਗੈਨ ਤਾਰ ਮਿਲਾਵਹੀ। ਸੋ ਗਾਉਂਦੇ ਹੋਏ ਬੜੇ ਤਾਰ ਗਿਆਨ ਦੇ ਸਹਿਤ। ਤੇ ਲੰਗੀ ਦੇਵ ਕਰੀ ਆਈ। ਮਹਾਰਾਜ ਕਿਹੜੀਆਂ ਕਿਹੜੀਆਂ ਰਾਗਣੀਆਂ ਹਨ? ਤੇ ਲੰਗੀ ਤੇ ਦੇਵ ਕਰੀ ਇਹ ਦੋਵੇਂ ਬਰ ਸ੍ਰੇਸ਼ਟ ਆਈਆਂ ਹਨ ਗੁਣਾਂ ਨੂੰ ਗਾਉਣ ਵਾਸਤੇ। ਬਸੰਤੀ ਸੰਦੂਰ ਸੁਹਾਈ। ਤੇ ਬਸੰਤੀ ਰਾਗਣੀ ਤੇ ਸੋ ਮਹਾਰਾਜ ਸੁਹਾਈ ਸੋਭਾ ਨੂੰ ਪਾ ਰਹੀ ਹੈ। ਸਰਸ ਅਹੀਰੀ ਲੈ ਭਾਰ ਜਾ। ਮਹਾਰਾਜ ਸਰਸ ਰਾਗਣੀ ਤੇ ਹੀਰੀ ਇਹ ਭਾਰਜਾ ਸ੍ਰੇਸ਼ਟ ਇਸਤਰੀਆਂ ਨੂੰ ਲੈ ਕਰਕੇ ਜਾਂ ਮਹਾਰਾਜ ਬਸੰਤੀ ਤੇ ਸੰਧੂਰ ਇਹ ਦੋਵੇਂ ਤੇ ਫਿਰ ਸਰਸ ਸੋ ਹੀਰੀ ਜਿਹੜੀ ਹੈ ਸਰਸ ਸ੍ਰੇਸ਼ਟ ਇਹ ਲੈ ਕਰਕੇ ਭਾਰਜਾ ਆਪਣੀ ਧਰਮ ਪਤਨੀ ਦੇ ਤਾਈ। ਸੰਗ ਲਾਈ ਪਾਚੋ ਆਰਜਾ। ਇਹ ਪੰਜੇ ਹੀ ਆਰਜਾ ਜਿਹੜੀਆਂ ਇਸਤਰੀਆਂ ਹਨ ਸੰਗ ਲਾਉਣਾ ਕੀਤੀਆਂ ਹਨ ਇਹਨਾਂ ਨੇ ਸੋ ਹੰਡੋਲ ਰਾਗ ਦੇ ਨਾਲ। ਸੁਰਮਾਨੰਦ ਭਾਸਕਰ ਆਏ। ਇਹਨਾਂ ਦੇ ਪੁੱਤਰਾਂ ਦੀ ਗਿਣਤੀ ਦੱਸਦੇ ਨੇ ਸੁਰਮਾਨੰਦ ਰਾਗ ਤੇ ਫਿਰ ਭਾਸਕਰ ਇਹ ਵੀ ਨਾਲ ਆਏ ਹਨ ਜੀ। ਚੰਦਰ ਬਿੰਬ ਮੰਗਲਨ ਸੁਹਾਏ। ਤੇ ਚੰਦਰ ਬਿੰਬ ਤੇ ਮੰਗਲਨ ਇਕੱਠੇ ਸੋਭਾ ਨੂੰ ਪਾ ਰਹੇ ਹਨ। ਸਰਸ ਬਾਣ ਔ ਆਹੇ ਬਨੋਦਾ। ਤੇ ਸਰਸ ਬਾਣ ਤੇ ਫਿਰ ਬਨੋਦਾ ਰਾਗ। ਗਾਵੇ ਸਰਸ ਬਸੰਤ ਕਮੋਦਾ। ਮਹਾਰਾਜ ਗਾਉਂਦੇ ਹਨ ਅੱਗੇ ਸਰਸ ਬਾਣ ਆਇਆ ਸੀ ਤੇ ਇੱਥੇ ਸਰਸ ਕੱਲਾ ਇਹ ਤੇ ਸੋ ਸਰਸ ਸਹਿਤ ਰਸ ਦੇ ਬਸੰਤ ਤੇ ਕਮੋਦਾ ਰਾਗ ਇਹ 2 ਇਹ ਹੋ ਗਏ 6 ਪਹਿਲਾਂ ਆ ਗਏ ਹਨ। 2 ਬਸੰਤ ਤੇ ਕਮੋਦਾ ਸੁਰਮਾਨੰਦ ਭਾਸਕਰ ਚੰਦਰਬਿੰਬ ਮੰਗਲਨ ਤੇ ਸਰਸ ਬਾਣ ਤੇ ਬਨੋਦਾ ਤੇ ਬਸੰਤ ਤੇ ਕਮੋਦਾ ਇਹ 8 ਪੁੱਤਰ ਹੋ ਗਏ ਮਹਾਰਾਜ। 8 ਪੁੱਤਰ ਮੈਂ ਕਹੇ ਸਵਾਰੀ। ਇਹ 8 ਦੇ 8 ਪੁੱਤਰ ਭਾਈ ਗੁਰਦਾਸ ਜੀ ਲਿਖਦੇ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਜਸ ਨੂੰ ਕਹਿ ਰਹੇ ਹਨ।
ਆਪ ਜੀ ਦੇ ਗੁਣਾਂ ਨੂੰ ਗਾਉਂਦੇ ਹਨ। ਪੁਨ ਆਈ ਦੀਪਕ ਕੀ ਬਾਰੀ। ਮਹਾਰਾਜ ਹੁਣ ਦੀਪਕ ਰਾਗ ਦੀ ਬਾਰੀ ਆਈ ਸ੍ਰੇਸ਼ਟ, ਉਹ ਆਪ ਜੀ ਦੇ ਗੁਣਾਂ ਨੂੰ ਗਾਉਂਦਾ ਹੈ ਜੀ ਪੁਣਾ ਪੁਣਾ ਵਾਰ-ਵਾਰ। ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ। ਸੋ ਇਹਦੇ ਪਰਿਵਾਰ ਦੀ ਗਿਣਤੀ ਦੱਸਦੇ ਨੇ ਮਹਾਰਾਜ, ਕਸ਼ੇਲੀ ਰਾਗਣੀ, ਪਟ ਮੰਜਰੀ ਤੇ ਟੋਡੀ, ਇਹ ਅਲਾਪ ਕਰਕੇ ਆਪ ਜੀ ਦੇ ਗੁਣਾਂ ਨੂੰ ਗਾਉਂਦੀਆਂ ਹਨ। ਕਾ ਮੋਦੀ ਓ ਗੂਜਰੀ। ਫਿਰ ਕਾਮੋਦੀ ਤੇ ਗੂਜਰੀ ਰਾਗਣੀ 2-5 ਹੋ ਗਈਆਂ। ਸੰਗ ਦੀਪਕ ਕੇ ਥਾਪ। ਇਹਨਾਂ ਦੀ ਸਥਾਪਨਾ ਦੀਪਕ ਰਾਗ ਦੇ ਨਾਲ ਕੀਤੀ ਹੈ ਜੀ। ਕਾਲੰਕਾ ਕੁੰਤਲ ਔਰਾਮਾ। ਹੁਣ ਇਹਨਾਂ ਦੇ ਸੁਪੁੱਤਰ ਹਨ ਕਾਲੰਕਾ ਜੀ, ਕੁੰਤਲ ਜੀ ਔਰ ਬਹੁੜੋ ਰਾਮਾ ਜੀ। ਕਮਲ ਕੁਸਮ ਚੰਪਕ ਕੇ ਨਾਮਾ। ਕਮਲ ਕੁਸਮ ਇਹ ਸੋ ਤੇ ਚੰਪਕ, ਇਹ ਇਹਨਾਂ ਦੇ ਚੰਪਕ ਕੇ ਨਾਮਾ ਤੇ ਨਾਲ ਨਾਮਾ ਜੀ। ਗੌਰਾ ਓ ਕਾਨਰਾ ਕਲਿਆਣਾ। ਤੇ ਗੌਰਾ ਜੀ, ਕਾਨਰਾ ਜੀ ਤੇ ਕਲਿਆਣਾ ਜੀ, ਇਹ 108 ਸੁਪੁੱਤਰ ਹੋ ਗਏ। ਇਹ ਭਾਈ ਇਸ ਤਰੀਕੇ ਦੇ ਨਾਲ ਦੀਪਕ ਰਾਗ ਦੇ ਅਸ਼ਟ ਪੁੱਤਰ ਦੀਪਕ ਕੇ ਜਾਨਾ। ਇਹ 8 ਪੁੱਤਰ ਦੀਪਕ ਦੇ ਜਾਣਨਾ ਕਰੋ, ਜਿਹੜੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਰਹੇ ਹਨ। ਜੇ ਕਿਸੇ ਦੇ ਮਨ 'ਚ ਸ਼ੰਕਾ ਹੋਵੇ ਰਾਗਾਂ ਦੀ ਮਾਲਾ ਕਿਉਂ ਬਣਾਈ, ਤੇ ਇਹ ਭਾਈ ਗੁਰਬਾਣੀ ਦੇ ਵਿੱਚ ਪਹਿਲਾਂ ਵੀ ਨਿਰਣਾ ਕਰ ਦਿੱਤਾ ਸੀ ਸਤਿਗੁਰੂ ਸਾਹਿਬ, ਇਹ ਕਿਵੇਂ ਗੁਣਾਂ ਨੂੰ ਗਾ ਸਕਦੇ ਨੇ। ਜੇ ਕਿਸੇ ਮਨ 'ਚ ਹੋਰ ਸ਼ੰਕਾ ਆ ਜਾਵੇ ਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਹੈ ਗਾਵਣ ਤੁਧਨੋ ਰਾਗ ਪਰੀ ਸਿਉ ਕਹੀਣ। ਸੋ ਰਾਗਾਂ ਦੇ ਸਮੇਤ ਪਰਿਵਾਰ ਦੇ ਆਪ ਜੀ ਦੇ ਜਸ ਨੂੰ ਪਹਿਲਾਂ ਵੀ ਸੋਦਰ ਦੇ ਵਿੱਚ ਵੀ ਕਥਨ ਕੀਤਾ ਸੀ ਜੀ। ਸਾਮਿਲ ਸ੍ਰੀ ਰਾਗ ਵੈ ਗਾਵਹਿ। ਸਾਰਾ ਪਰਿਵਾਰ ਮਿਲ ਕਰਕੇ ਮਹਾਰਾਜ ਸ੍ਰੀ ਰਾਗ ਜੀ ਦਾ ਵੀ ਆਪ ਜੀ ਦੇ ਗੁਣਾਂ ਨੂੰ ਗਾ ਰਿਹਾ ਹੈ। ਫਿਰ ਸਾਰੇ ਉਹ ਜੋ ਸ੍ਰੇਸ਼ਟ ਰਾਗ ਹੈ ਸ੍ਰੀ ਰਾਗ ਨੂੰ ਗਾਉਣਾ ਕਰੋ। ਪੰਚੋ ਸੰਗ ਬਰੰਗਨ ਲਾਵਹਿ। ਤੇ ਨਾਲ ਉਹਦੇ ਸੰਗ ਬਰ ਅੰਗਣਾ ਸ੍ਰੇਸ਼ਟ ਅੰਗਾਂ ਵਾਲੀਆਂ ਸੋ 5 ਰਾਗਣੀਆਂ ਲਾਉਣਾ ਕੀਤੀਆਂ ਹਨ ਇਹਨਾਂ ਦੀਆਂ ਧਰਮ ਪਤਨੀਆਂ ਸ੍ਰੀ ਰਾਗ ਜੀ ਦੀਆਂ। ਬੈਰਾਰੀ ਕਰਨਾਟੀ ਧਰੀ। ਕਿਹੜੀ ਆ ਜੀ? ਬੈਰਾਰੀ ਤੇ ਕਰਨਾਟੀ, ਇਹ ਮਹਾਰਾਜ ਲਾਉਣਾ ਕੀਤੀ ਹੈ। ਬੜੀ ਸੁੰਦਰ ਬਰ ਸ੍ਰੇਸ਼ਟ। ਗਵਰੀ ਗਾਵਹਿ ਆਸਾਵਰੀ। ਸੋ ਗਵਰੀ ਰਾਗਣੀ ਗਾਵਹਿ ਗਾਉਂਦੀ ਆਪ ਜੀ ਦੇ ਗੁਣਾਂ ਨੂੰ, ਤੇ ਆਸਾਵਰੀ ਜਿਵੇਂ ਗੁਰਮੁਖਾਂ ਨੇ ਪਾਠ ਕੀਤਾ ਐਵੇਂ ਕਰਨਾ। ਕਈ ਆਸਾਵਰੀ ਕਰਦੇ ਨੇ, ਆਸਾਵਰੀ ਹੀ ਪਾਠ ਹੈ ਇਹ ਸੋਭਾ ਆਪ ਜੀ ਦੇ ਗੁਣਾਂ ਦੀ ਗਾ ਰਹੀ ਹੈ ਜੀ। ਤੇ ਪਾਸ਼ਾ ਸਿਧਵੀ ਅਲਾਪੀ। ਸੋ ਇਹਨਾਂ ਦੇ ਨਾਲ ਹੀ ਸਿੰਧਵੀ ਰਾਗਣੀ ਜੋ ਸ੍ਰੀ ਰਾਗ ਦੀ ਧਰਮ ਪਤਨੀ, ਉਹ ਆਪ ਜੀ ਦੇ ਗੁਣਾਂ ਨੂੰ ਅਲਾਪਣਾ ਕਰਦੀ ਗਾਉਂਦੀ ਹੈ ਜੀ। ਸ੍ਰੀ ਰਾਗ ਸੋ ਪਾਂਚੋ ਥਾਪੀ। ਇਹ ਸ੍ਰੀ ਰਾਗ ਦੇ ਨਾਲ ਪੰਜੇ ਦੀਆਂ ਪੰਜੇ ਸਥਾਪਨ ਕੀਤੀਆਂ ਹਨ। ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ। ਸੋ ਹੁਣ ਇਹਨਾਂ ਦੇ ਪੁੱਤਰ ਸਾਲੂ ਤੇ ਸਾਰਗ ਤੇ ਸਾਗਰਾ ਤੇ ਗੌਂਡ ਤੇ ਗੰਭੀਰ। ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਸੋ 8 ਪੁੱਤਰ ਗੁੰਡ ਕੁੰਭ ਤੇ ਹਮੀਰ। 5 ਪਹਿਲਾਂ ਕਹੇ ਨੇ ਤੇ ਸਾਲੂ, ਫਿਰ ਇਸੇ ਤਰੀਕੇ ਨਾਲ ਸਾਰਗ ਸਾਗਰਾ ਗੌਂਡ ਤੇ ਗੰਭੀਰ ਪਹਿਲਾਂ ਕਹੇ ਸਨ 5, ਤੇ 3 ਗੁੰਡ ਕੁੰਭ ਤੇ ਹਮੀਰ ਕਹਿ ਕੇ 8 ਪੂਰੇ ਕਰ ਦਿੱਤੇ ਜੀ। ਇੱਥੇ ਇਹ ਵੀ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਹਨ। ਅਸ਼ਟਮ ਮੇਘ ਰਾਗ ਵੈ ਗਾਵਹਿ। ਹੁਣ 6ਵਾਂ ਰਾਗ ਇੱਥੇ ਮੇਘ ਰਾਗ ਦੀ ਆਰੰਭਤਾ ਕਰਦੇ ਹਨ। ਪਰਿਵਾਰ ਇਸ ਦੀ ਸੰਪੂਰਨਤਾ ਹੀ ਕਰਦਿਆਂ ਹੋਇਆਂ ਰਾਗਾਂ ਦੇ ਪੰਚੋ ਸੰਗ ਬਰੰਗਨ ਲਾਵਹਿ। ਨਾਲ 5 ਬਰ ਅੰਗਣ ਸ੍ਰੇਸ਼ਟ ਅੰਗਣਾ ਵਾਲੀਆਂ ਸੋ ਜਿਹੜੀਆਂ ਰਾਗਣੀਆਂ ਉਹ ਗਾ ਰਹੀਆਂ ਹਨ ਜੀ। ਸੋ ਇਹਦੇ ਪਰਿਵਾਰ ਵਿੱਚੋਂ ਮੇਘ ਰਾਗ ਦੇ ਵਿੱਚੋਂ ਸੋਰਠ ਗੋਣ ਮਲਾਰੀ ਧੁਨੀ। ਸੋ ਕਿਹੜੇ ਜੀ? ਸੋਰਠ ਰਾਗਣੀ, ਫਿਰ ਗੌਂਡ ਰਾਗਣੀ ਤੇ ਮਲਾਰੀ। ਸੋ ਮਹਾਰਾਜ ਧੁਨੀ ਦੇ ਸਹਿਤ ਆਪ ਜੀ ਦੇ ਜਸ ਨੂੰ ਗਾਉਂਦੀਆਂ ਹਨ। ਗੁਣ ਗਾਵਹਿ ਆਸਾ ਗੁਣ ਗੁਨੀ। ਫਿਰ ਮਹਾਰਾਜ ਜੀ ਪੁਣਾ ਆਸਾ ਰਾਗਣੀ ਜਿਹੜੀ ਆਪ ਜੀ ਦੇ ਪਾਵਨ ਗੁਣਾਂ ਨੂੰ ਗੁਣ ਗਿਣ ਕਰਕੇ ਗਿਣਤੀ ਦੇ ਸਹਿਤ ਆਪ ਜੀ ਦੇ ਜਸ ਨੂੰ ਗਾ ਰਹੀਆਂ ਹਨ ਜੀ। ਉੱਚੈ ਸੁਰ ਸੂਹੋ ਪੁੰਨ ਕੀਨੀ। ਤੇ ਮਹਾਰਾਜ ਉੱਚੇ ਸੁਰ ਦੇ ਵਿੱਚ ਪੁਣਾ ਜਿਹੜੀ ਸੂਹੀ ਰਾਗਣੀ ਆਪ ਜੀ ਦੇ ਗੁਣਾਂ ਨੂੰ ਕਹਿੰਦੀ ਹੈ ਜੀ। ਮੇਘ ਰਾਗ ਸਿਉ ਪੰਚੋ ਚੀਨੀ। ਇਹ ਮੇਘ ਰਾਗ ਦੀਆਂ ਪੰਜੇ ਹੀ ਧਰਮ ਪਤਨੀਆਂ ਰਾਗਣੀਆਂ ਹਨ ਜੀ। ਬੈਰਾ ਧਰ ਗਜ ਧਰ ਕੇਦਾਰ। ਹੁਣ ਪੁੱਤਰਾਂ ਦੇ ਨਾਮ ਦੱਸਦੇ ਨੇ, ਬੈਰਾ ਧਰ ਗਜ ਧਰ ਤੇ ਕਦਾਰਾ, ਇਹ 3 ਸੁਪੁੱਤਰ ਮੇਘ ਰਾਗ ਦੇ। ਜਬਲੀ ਧਰ ਨਟ ਆਓ ਜਲ ਧਾਰਾ। ਤੇ ਜਬਲੀ ਧਰ ਤੇ ਨਟ ਤੇ ਫਿਰ ਆਓ ਜਲ ਧਾਰਾ, ਇਹ ਜਿਹੜੇ ਹਨ 3 ਰਾਗ। ਪੁਨ ਗਾਵਹਿ ਸ਼ੰਕਰ ਔ ਸਿਆਮਾ। ਫਿਰ ਜੀ ਪੁਨਾ ਗਾਉਂਦੇ ਨੇ ਆਪ ਜੀ ਦੇ ਗੁਣਾਂ ਨੂੰ। ਸਤਿਗੁਰੂ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸ਼ੰਕਰ ਵੀ ਤੇ ਸਿਆਮਾ,
ਇਹ 2 ਰਾਗ ਇਹ ਸੋ 8 ਹੋ ਗਏ ਸਾਰੇ ਦੇ ਸਾਰੇ। ਮੇਘ ਰਾਗ ਪੁੱਤਰਨ ਕੇ ਨਾਮਾ, ਇਹ ਮੇਘ ਰਾਗ ਦੇ ਪੁੱਤਰਾਂ ਦੇ ਨਾਮ ਹਨ ਜਿਹੜੇ ਕਿਰਪਾਲੂ ਸਤਿਗੁਰੂ ਸਾਹਿਬ ਆਪ ਜੀ ਦਾ ਪਾਵਨ ਜਸ ਕਹਿ ਰਹੇ ਹਨ। ਖਸ਼ਟ ਰਾਗ ਉਨ ਗਾਏ ਸੰਗ ਰਾਗਨੀ ਤੀਸ, ਇਵੇਂ ਪਾਈ ਖਸ਼ਟ ਸੇ ਰਾਗ ਸਤਿਗੁਰੂ ਸਾਹਿਬ ਜੀ ਨੇ ਗਾਏ ਹਨ ਤੇ ਨਾਲ 30 ਰਾਗਣੀਆਂ ਹਨ। ਕਿਉਂ ਜੀ 6 ਰਾਗਾਂ ਦੀਆਂ ਪੰਜੂ ਛੀਕਾ 30 ਰਾਗਣੀਆਂ ਹੋ ਗਈਆਂ ਇਹਨਾਂ ਦੇ ਪਰਿਵਾਰ ਦੇ ਵਿੱਚ। ਸਭੈ ਪੁੱਤਰ ਰਾਗਨ ਕੇ 18 ਹੈ 10 20, ਤੇ ਸਾਰੇ ਹੀ ਜਿਹੜੇ ਰਾਗਾਂ ਦੇ ਪੁੱਤਰ ਹਨ 18 10 20 18 ਤੇ 10 28 ਤੇ 20, ਫਿਰ ਇਸ ਤਰੀਕੇ ਦੇ ਨਾਲ 48 ਇਹ ਪੁੱਤਰ ਹੋ ਗਏ ਤੇ 6 ਹੋ ਗਏ ਸ੍ਰੇਸ਼ਟ ਰਾਗ। 48 ਤੇ 6 54 ਤੇ 30 ਰਾਗਣੀਆਂ ਇਹ ਹੋ ਗਏ 84 ਇਹਦੇ ਨਾਲ ਜਿਹੜਾ ਇਸ ਪਾਵਨ ਗੁਰਬਾਣੀ ਨੂੰ ਗੁਰਬਾਣੀ ਦਾ ਜਾਪ ਕਰੇਗਾ 84 ਉਹਦੀ ਭਾਈ 84 ਵੀ ਕੱਟੀ ਜਾਵੇਗੀ। 84 ਰਾਗਾਂ ਦਾ ਜਾਪ ਇਸ ਇੱਕ ਗੁਰਬਾਣੀ ਵਿੱਚ ਕਰਨੇ ਦੇ ਨਾਲ ਇਹ ਗੁਰਬਾਣੀ ਪੜ੍ਹਨੇ ਸਦਕਾ ਉਸ ਮਨੁੱਖ ਦੀ 84 ਵੀ ਕੱਟੀ ਜਾਂਦੀ। ਐਸੀ ਪਾਵਨ ਗੁਰਬਾਣੀ ਸਤਿਗੁਰੂ ਸਾਹਿਬ ਜੀ ਨੇ ਰਚ ਕਰਕੇ ਮਿਹਰ ਕੀਤੀ ਹੈ ਸਾਡੇ ਜੀਵਾਂ ਤੇ। ਇਹ ਤੇ ਹਨ ਇਸ ਦੇ ਅੱਖਰੀ ਅਰਥ। ਤੇ ਹੁਣ ਜਿਵੇਂ ਇਹਦੇ ਅੰਤਰੀਵ ਅਰਥ ਜਾਣਨਾ ਕਰੋ। ਜਿਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਪਾਵਨ ਗੁਰਬਾਣੀ ਦੀ ਰਚਨਾ ਕੀਤੀ, ਗੁਰਸਿੱਖ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਕਹਿਣਾ ਕੀਤਾ, ਕਿਰਪਾਲੂ ਸਤਿਗੁਰੂ ਸਾਹਿਬ ਜੀ ਕਿਰਪਾ ਕਰੋ ਇੱਕ ਪ੍ਰੇਮ ਦੀ ਮਾਲਾ ਜਿਹੜੀ ਹੈ ਉਹ ਵੀ ਆਪ ਦਿਆਲਤਾ ਕਰਕੇ ਉਚਾਰਨ ਕਰੋ। ਰਾਗ ਨਾਮ ਹੈ ਪ੍ਰੇਮ ਦਾ ਤੇ ਮਾਲਾ ਨਾਮ ਹੈ ਪੰਕਤੀ ਦਾ। ਇੱਥੇ ਪੰਜਵੇਂ ਪ੍ਰੀਤਮ ਸਤਿਗੁਰੂ ਸਾਹਿਬ ਜੀ ਪ੍ਰੇਮ ਦੀ ਮਾਲਾ ਪੰਕਤੀ ਜਿਹੜੀ ਉਚਾਰਨ ਕਰਦੇ ਹਨ। ਸੋ ਮੰਗਲ ਕਰਦੇ ਨੇ ਏਕੋ ਅਦਵੈਤ ਬ੍ਰਹਮ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਪੂਰੇ ਸਤਿਗੁਰੂ ਸਾਹਿਬ ਜੀ ਦੀ ਪ੍ਰਸ਼ਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਉਹਦੇ ਪ੍ਰੇਮ ਦੀ ਸੋ ਰਾਗ ਮਾਲਾ, ਉਹਦੇ ਪ੍ਰੇਮ ਧਾਰਨ ਕਰਨ ਦੀ ਮਾਲਾ ਪੰਕਤੀ ਇੱਥੇ ਰਾਗ ਨਾਮ ਪ੍ਰੇਮ ਦਾ, ਉਹਦਾ ਪ੍ਰੇਮ ਧਾਰਨ ਕਰਨ ਦੀ ਪੰਕਤੀ ਇੱਥੇ ਉਚਾਰਨ ਕਰਦੇ ਹਨ। ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਮਾਲਾ ਏਕ ਰਾਗ ਏਕ ਸੰਗ ਪੰਚ ਬਰੰਗਨ। ਏਕੋ ਅਦਵੈਤ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਪੂਰੇ ਗੁਰਾਂ ਦੀ ਕਿਰਪਾ ਦੁਆਰਾ ਜੋ ਪ੍ਰਾਪਤ ਹੁੰਦਾ ਹੈ। ਉਹਦੇ 'ਚ ਭਾਈ ਰਾਗ ਪ੍ਰੇਮ ਕਿਵੇਂ ਮਾਲਾ ਧਾਰਨ ਕਰਨਾ ਉਹ ਦੱਸਦੇ ਹਨ। ਮਹਾਰਾਜ ਪਹਿਲਾਂ ਦੱਸੋ ਰਾਗ ਇੱਕ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਇੱਕ ਦੇ ਸੰਗ ਕਿਵੇਂ ਮਹਾਰਾਜ ਪ੍ਰੇਮ ਧਾਰਨ ਕੀਤਾ ਜਾਵੇ। ਕਿਰਪਾਲੂ ਸਤਿਗੁਰੂ ਸਾਹਿਬ ਕਹਿੰਦੇ ਸੰਗ ਪੰਚ ਬਰੰਗਣ। ਭਾਈ ਜਦੋਂ ਸੰਗਤ ਵਿੱਚ ਮਿਲ ਕਰਕੇ ਜਾਂ ਸੋ ਪੰਜ ਬਰੰਗਣ ਬਰ ਅੰਗਣਾ ਵਾਲੀਆਂ ਕਿਹੜੇ ਜੇ ਗਿਆਨ ਇੰਦਰੀਆਂ ਹਨ ਜਿਹੜੀਆਂ, ਸੋ ਇਹ ਪੰਜ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਤੇ ਫਿਰ ਉਹਦਾ ਜਿਹੜਾ ਸੋ ਰਾਗ ਪ੍ਰੇਮ ਆ ਮਨ ਨੂੰ ਧਾਰਨ ਹੋ ਜਾਂਦਾ, ਉਹ ਇੱਕ 'ਚ ਪ੍ਰੇਮ ਲੱਗ ਜਾਂਦਾ। ਕਿਵੇਂ ਅੱਖਾਂ ਜਿਹੜੀਆਂ ਹਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀਆਂ ਅਭਿਲਾਸ਼ੀ ਹੋ ਜਾਣ, ਜਾਂ ਸੰਗਤ ਵਿੱਚ ਮਿਲ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਅੱਖਾਂ ਦੁਆਰਾ ਕਰੇ, ਕੰਨਾਂ ਦੁਆਰਾ ਜਸ ਸੁਣੇ ਤੇ ਰਸਨਾ ਦੁਆਰਾ ਕਵੇ। ਇਵੇਂ ਜਦੋਂ ਪ੍ਰੇਮ ਲਾਵੇ, ਜਦੋਂ ਇਵੇਂ ਗੁਣ ਗਾਉਣਾ ਕਰੇ ਸੰਗਤ ਵਿੱਚ ਮਿਲ ਕਰਕੇ, ਫਿਰ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਰਾਗ ਪ੍ਰੇਮ ਬਣ ਆਉਂਦਾ ਹੈ ਜੀ। ਸੰਗ ਅਲਾਪ ਹੈ ਆਠੋ ਨੰਦਨ। ਤੇ ਮਹਾਰਾਜ ਕਿੰਨਾ ਕੁ ਸਮਾਂ ਉੱਥੇ ਗੁਣਾਂ ਨੂੰ ਗਾਵੇ, ਜਾਂ ਜੀ ਕਿੰਨਾ ਕੁ ਸਮਾਂ ਪਰਮੇਸ਼ਰ ਦੇ ਪਿਆਰੇ ਗੁਣਾਂ ਨੂੰ ਗਾਉਂਦੇ ਹਨ। ਕਹਿੰਦੇ ਸੰਗ ਅਲਾਪ ਹੈ, ਸੰਗਤ ਦੇ ਸੰਗ ਨਾਲ ਮਿਲ ਕਰਕੇ। ਆਠੋ ਨੰਦਨ ਜੋ ਸਾਰੇ ਜਗਤ ਸੋ ਸਾਰੇ ਸੰਸਾਰ ਦਾ ਪਿਤਾ ਹੈ, ਜਿਹਦਾ ਸਾਰੇ ਜਗਤ ਪੁੱਤਰ ਦੀ ਨਿਆਈ ਹੈ, ਉਹ ਪਰਮੇਸ਼ਰ ਵਾਹਿਗੁਰੂ ਨੂੰ ਅੱਠੇ ਪੈਰ ਹੀ ਅਰਾਧਨਾ ਕਰੇ ਜੀ। ਉਹਦੇ ਨੰਦਨ ਪੁੱਤਰ ਉਹਨੂੰ ਅਰਾਧਦੇ ਹਨ ਭਗਤ। ਪ੍ਰਥਮ ਰਾਗ ਭੈਰੋ ਬੈ ਕਰਹੀ। ਮਹਾਰਾਜ ਪਹਿਲਾ ਸੋ ਰਾਗ ਪ੍ਰੇਮ ਪਾਉਣ ਦੀ ਨਿਸ਼ਾਨੀ ਪਹਿਲੀ ਦੱਸੋ। ਕਹਿੰਦੇ ਪ੍ਰਥਮ ਰਾਗ ਪਹਿਲਾਂ ਭਾਈ ਰਾਗ ਪ੍ਰੇਮ ਜਿਹੜਾ ਲਾਉਣਾ ਪਰਮੇਸ਼ਰ ਦੇ ਨਾਲ, ਉਹ ਭੈ ਰਓ, ਜਿਹੜਾ ਭੈ ਹਿਰਦੇ ਦੇ ਵਿੱਚ ਰਓ ਧਾਰਨ ਕਰਨਾ, ਇਹੋ ਪਹਿਲੀ ਨਿਸ਼ਾਨੀ ਹੈ ਪਰਮੇਸ਼ਰ ਨਾਲ ਪ੍ਰੇਮ ਲਾਉਣ ਦੀ। ਕੀ ਭੈ ਸੋ ਸਦ ਸੁਣਦਾ ਸਦ ਵੇਖਦਾ। ਭਾਈ ਉਹ ਪਰਮੇਸ਼ਰ ਵਾਹਿਗੁਰੂ ਸਦਾ ਹੀ ਵਾਸਤੇ ਮੇਰੇ ਕੀਤੇ ਹੋਏ ਗੁਨਾਹਾਂ ਨੂੰ ਵੇਖਦਾ ਏ ਤੇ ਮੇਰੇ ਬੋਲੇ ਹੋਏ ਬੋਲਾਂ ਨੂੰ ਸੁਣਦਾ। ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ ਅੰਤਰਜਾਮੀ ਪੁਰਖ ਬਦਾ, ਤੇ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਵਾਹਿਗੁਰੂ ਐਸਾ ਭੈ ਰੱਖਣਾ। ਸੋ ਇਹ
ਸੋ ਗਿਆਨ ਹੋ ਜਾਣਾ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਹਰ ਇੱਕ ਘਟ ਘਟ ਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਮੰਨ ਕਰਕੇ ਉਹਦਾ ਭੈ ਕਰਨਾ, ਜਿਹੜਾ ਭੈ ਚ ਰਓ ਰਚਨਾ ਹੈ, ਇਹ ਪ੍ਰਥਮ ਪਹਿਲਾ ਜਿਹੜਾ ਸੋ ਪ੍ਰੇਮ ਧਾਰਨ ਵਾਸਤੇ ਇਹ ਹਿਰਦੇ ਵਿੱਚ ਧਾਰਨ ਕਰਨਾ ਹੈ ਜੀ। ਪੰਚ ਰਾਗਨੀ ਸੰਗ ਉਚਰਹੀ। ਤੇ ਫਿਰ ਨਾਲ ਜੀ ਪੰਜ ਰਾਗਣੀਆਂ ਕਿਹੜੀਆਂ, ਜਿਹੜੀਆਂ ਸੋ ਕਰਮ ਇੰਦਰੇ ਹਨ, ਇਹ ਪੰਜੇ ਹੀ ਨਾਲ ਲੱਗ ਕਰਕੇ ਸੰਗਤ ਦੇ ਜਿਹੜੇ ਪੈਰ ਹਨ ਉਹ ਸੰਗਤ ਵੱਲ ਨੂੰ ਚੱਲਣ, ਹੱਥ ਸੰਗਤ ਵਿੱਚ ਜਾ ਕਰਕੇ ਕਾਰ ਸੇਵਾ ਕਰਨ, ਜ਼ਬਾਨ ਦੁਆਰਾ ਉੱਥੇ ਗੁਣ ਗਾਵੇ, ਤਾਂ ਪਰਮੇਸ਼ਰ ਵਾਹਿਗੁਰੂ ਦਾ ਪ੍ਰੇਮ ਪਹਿਲਾ ਆਰੰਭ ਹੁੰਦਾ ਹੈ ਜੀ। ਪ੍ਰਥਮ ਭੈਰਵੀ ਬਲਾਵਲੀ। ਸੋ ਹੁਣ ਸਤਿਗੁਰੂ ਸਾਹਿਬ ਜੀ ਪ੍ਰਥਮ ਭੈਰਵੀ ਬਲਾਵਲੀ ਭਾਈ ਮਹਾਰਾਜ ਪਹਿਲਾਂ ਆਨੰਦ ਕਿਵੇਂ ਪ੍ਰਾਪਤ ਹੋਵੇਗਾ? ਕਹਿੰਦੇ ਪ੍ਰਥਮ ਜਦੋਂ ਪਹਿਲਾਂ ਭੈ ਦੇ ਵਿੱਚ ਰਵੇ, ਭੈ ਹਿਰਦੇ ਦੇ ਵਿੱਚ ਧਾਰਨ ਕਰੇ, ਤਾਂ ਬਲਾਵਲੀ ਆਨੰਦੀ ਸਰੂਪ ਪਰਮੇਸ਼ਰ ਵਾਹਿਗੁਰੂ ਜੋ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਜੀ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪੁਨਿਆਕੀ ਗਾਵਹਿ ਬੰਗਲੀ। ਸੋ ਪੁਨਿਆਕੀ ਮਹਾਰਾਜ ਜਿਹੜੀ ਦਵੈਤ ਇਹ ਕਿਵੇਂ ਗਲੇਗੀ? ਬੰਗ ਨਾਮ ਹੈ ਦਵੈਤ ਦਾ। ਮਹਾਰਾਜ ਇਹ ਕਿਵੇਂ ਗਲੇ ਨਾਸ ਹੋਵੇ? ਕਹਿੰਦੇ ਪੁਨਿਆਕੀ ਜਿਹੜੇ ਪੁੰਨਾਂ ਨੂੰ ਕਰਨ ਵਾਲੇ ਜੀਵ ਹਨ, ਜਿਨ੍ਹਾਂ ਨੇ ਪੁੰਨਾਂ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ, ਉਹ ਪੁੰਨ ਕਰਦੇ ਹੋਏ ਨਾਲ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ। ਜਦੋਂ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਗੇ ਫਿਰ ਬੰਗ ਜਿਹੜੀ ਦਵੈਤ ਹੈ ਲੀ ਗਲ ਜਾਵੇਗੀ, ਨਾਸ ਹੋ ਜਾਵੇਗੀ। ਪੁਨ ਅਸਲੇਖੀ ਕੀ ਭਈ ਬਾਰੀ। ਸੋ ਮਹਾਰਾਜ ਸੋ ਸਤਿਗੁਰੂ ਸਾਹਿਬ ਦਿਆਲਤਾ ਕਰਦੇ ਨੇ, ਅਸਲੇਖੀ ਜੋ ਆਸਪਦ ਸਰੂਪ ਹੈ ਪਰਮੇਸ਼ਰ ਵਾਹਿਗੁਰੂ ਦਾ, ਉਹਦੇ ਗਿਆਨ ਦੀ ਇਹ ਜੋ ਮਨੁੱਖਾਂ ਦੇ ਹੀ ਹੈ ਨਾ, ਇਹ ਭਾਈ ਲੇਖੀ ਲਿਖਣ ਦੀ ਵਾਰੀ ਹਿਰਦੇ ਰੂਪੀ ਘਰ ਦੇ ਵਿੱਚ ਉਹਦੇ ਜਸ ਨੂੰ ਲਿਖਣ ਦੀ ਇਹ ਸ੍ਰੇਸ਼ਟ ਵਾਰੀ ਸਤਿਗੁਰੂ ਸਾਹਿਬ ਜੀ ਨੇ ਬਖਸ਼ੀ ਹੈ। ਉਹ ਆਸਪਦ ਸਰੂਪ ਦੀ ਜਿਹੜਾ ਲਿਖ ਲਵੇਗਾ ਉਹ ਤੇ ਕਿਰਪਾਲਤਾ ਹੋਵੇਗੀ, ਜਿਹਨੇ ਹਿਰਦੇ ਘਰ ਵਿੱਚ ਪਰਮੇਸ਼ਰ ਦੇ ਨਾਮ ਨੂੰ ਲਿਖ ਲੈਣਾ ਕੀਤਾ ਹੈ ਜੀ। ਇਹ ਭੈਰੋ ਕੀ ਪਾਚੋ ਨਾਰੀ। ਮਹਾਰਾਜ ਦਿਆਲਤਾ ਕਰਦੇ ਨੇ, ਇਹ ਭੈਰੋ ਕੀ ਪਾਚੋ ਨਾਰੀ, ਜਿਹੜੇ ਭੈ ਵਿੱਚ ਰਵੇ ਹਨ ਉਹਨਾਂ ਨੇ ਨਾਰੀ ਮਾਇਆ ਜਿਹੜੀ ਹੈ, ਨਾਰੀ ਕੌਣ? ਮਾਇਆ, ਜਿਹਨੇ ਸਾਰੇ ਸੰਸਾਰ ਨੂੰ ਗਰਸਿਆ ਹੋਇਆ ਸੀ, ਉਹਨੂੰ ਪਾਚੋ ਪਾਸੇ ਕਰ ਦਿੱਤਾ ਹੈ, ਉਹਦਾ ਨਾਸ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਪਰ ਕਿਹਨਾਂ ਨੇ? ਜਿਹੜੇ ਇਹ ਇੱਕ ਦੇ ਭੈ ਵਿੱਚ ਰਵੇ ਹੋਏ ਹਨ, ਜਿਨ੍ਹਾਂ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਭੈ ਹਿਰਦੇ ਵਿੱਚ ਧਾਰਨ ਕੀਤਾ ਹੈ ਜੀ। ਪੰਚਮ ਹਰਖ ਦੇ ਸਾਖ ਸੁਣਾਵੈ। ਸੋ ਕਿਰਪਾਲੂ ਸਤਿਗੁਰੂ ਸਾਹਿਬ ਜਿਸ ਸਮੇਂ ਜੋ ਪੰਜਾਂ ਹੀ ਤੱਤਾਂ ਦੇ ਵਿੱਚ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ, ਪੰਚਮ ਪੰਜਾਂ ਤੱਤਾਂ 'ਚ ਧਰਤੀ, ਆਕਾਸ਼, ਪਾਣੀ, ਫਿਰ ਇਸ ਤਰੀਕੇ ਦੇ ਨਾਲ ਹਵਾ ਦੇ ਵਿੱਚ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਅਗਨੀ ਦੇ ਵਿੱਚ ਜਿਹੜਾ ਰਮਿਆ ਵਿਆਪਕ ਹੈ, ਜਿਸ ਸਮੇਂ ਉਹਦੀ ਦਿਸਾਖ ਸਾਖੀ ਸਤਿਗੁਰੂ ਸਾਹਿਬ ਕਿਰਪਾਲਤਾ ਕਰਕੇ ਸੁਣਾਉਣ, ਫਿਰ ਜਿਹੜਾ ਇਹ ਹਿਰਦਾ ਹੈ ਇਹ ਹਰਖ ਖੁਸ਼ੀ ਦੇ ਸਹਿਤ ਹੋ ਜਾਂਦਾ ਹੈ ਜਦੋਂ ਸਤਿਗੁਰੂ ਸਾਹਿਬ ਕਿਰਪਾਲਤਾ ਦੇ ਘਰ ਵਿੱਚ ਆਣ ਕਰਕੇ ਸੁਣਾਉਂਦੇ ਹਨ ਜੀ। ਬੰਗਾਲਬ ਮਦ ਮਾਧਵ ਗਾਵਹਿ। ਸੋ ਭਾਈ ਜਿਹੜੇ ਮਦ ਭੌਰੇ ਦੀ ਨਿਆਈ ਹੋ ਕਰਕੇ ਜਿਨ੍ਹਾਂ ਨੇ ਮਾਧਵ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ, ਉਹਨਾਂ ਨੇ ਬੰਗ ਨਾਮ ਕੀ ਜੀ ਜਿਹੜੀ ਦਵੈਤ ਸੀ ਉਹ ਵੀ ਉਹਨਾਂ ਦੀ ਲਾਇਤਾ ਕਰ ਦਿੱਤੀ, ਨਾਸ ਕਰ ਲਈ ਹੈ। ਫਿਰ ਲੰਮ ਜਿਹੜੀ ਮਮਤਾ ਜਿਹੜੀ ਸੀ ਉਹਨੂੰ ਵੀ ਨਾਸ ਕਰ ਦਿੱਤਾ ਹੈ। ਦਵੈਤ ਤੇ ਮਮਤਾ ਦੋਵੇਂ ਉਹਨਾਂ ਨੇ ਨਾਸ ਕਰ ਦਿੱਤੇ ਜੇ। ਲਲਤ ਬਲਾਵ ਲਗਾਵਹੀ। ਐਵੇਂ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ, ਲਲਤ ਕੌਣ? ਸੁੰਦਰ, ਜੋ ਉਹ ਪਰਮੇਸ਼ਰ ਵਾਹਿਗੁਰੂ ਬਲਾਵਲ ਆਨੰਦ ਨੂੰ ਦੇਣ ਵਾਲਾ ਉਹਨੂੰ ਗਾਵੇ ਗਾਉਂਦੇ ਹਨ। ਆਪਣੀ ਆਪਣੀ ਭਾਂਤ, ਆਪੋ ਆਪਣੀ ਭਾਂਤ ਤਰੀਕੇ ਦੇ ਨਾਲ ਜਿਹੜੇ ਉਪਾਸ਼ਨਾ ਵਾਲੇ ਨੇ ਉਹਨੂੰ ਇਸ਼ਟ ਦੇਵਤਾ ਜਾਣ ਕਰਕੇ ਧਿਆਉਂਦੇ ਨੇ। ਜਿਹੜੇ ਸੋ ਕਰਮ ਅਭਿਆਸੀ ਨੇ ਉਹਨੂੰ ਕਰਮਬਰ ਦਾਤਾ ਜਾਣ ਕਰਕੇ ਕਿ ਕਰਮਾਂ ਅਨੁਸਾਰ ਉਹ ਫਲ ਦਿੰਦਾ ਹੈ, ਉਹ ਇਸ ਤਰੀਕੇ ਨਾਲ ਧਿਆਉਂਦੇ ਨੇ। ਸੋ ਜਿਹੜੇ ਗਿਆਨੀ ਹਨ ਉਹ ਉਹਨੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ ਜਾਣ ਕਰਕੇ, ਗਿਆਨ ਦੀ ਦਾਤ ਦੇਣ ਵਾਲਾ ਜਾਣ ਕਰਕੇ ਗਿਆਨ ਦੀ ਪ੍ਰਾਪਤੀ ਵਾਸਤੇ ਧਿਆਉਂਦੇ ਨੇ। ਐਵੇਂ ਆਪੋ ਆਪਣੀ ਭਾਂਤ ਤਰੀਕੇ ਦੇ ਨਾਲ ਸੋ ਗਿਆਨ ਉਪਾਸ਼ਨਾ ਇਸ ਤਰੀਕੇ ਦੇ ਨਾਲ ਸਾਰੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਉਹ ਪਰਮੇਸ਼ਰ ਜੋ ਲਲਿਤ ਸੁੰਦਰ ਹੈ, ਬਲਾਵਲ ਆਨੰਦ ਨੂੰ ਦੇਣ ਵਾਲਾ, ਉਹਦੇ ਗੁਣਾਂ ਨੂੰ ਗਾਉਂਦੇ ਹਨ ਜੀ। ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗੈਨ ਪਾਤਰ। ਸੋ ਭਾਈ ਇਹ ਜਿਹੜੇ ਅਸ਼ਟ ਪੁੱਤਰ ਕਿਹੜੇ ਸਨ? ਸੋ ਪੰਜੇ ਵਿਸ਼ੇ ਤੇ ਤਿੰਨੇ ਗੁਣ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਤੇ ਤਿੰਨੇ ਰਜੋ ਤਮੋ ਤੇ ਸਤੋ ਗੁਣ,
ਇਹ ਜਿਹੜੇ ਪੰਜੇ ਹੀ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਭੈ ਵਿੱਚ ਰਵੇ ਰਵ ਗਏ ਜੀ ਲੱਗ ਗਏ। ਦੁਤੀਆ ਮਾਲ ਗਾਵਹਿ ਗਾਇਨ ਪਾਤਰ, ਉਹ ਫਿਰ ਇਹ ਪਰਮੇਸ਼ਰ ਵਾਹਿਗੁਰੂ ਜੋ ਸਾਰਿਆਂ ਦੇ ਗਾਉਣ ਦੇ ਯੋਗ ਹੈ ਉਹਨੂੰ ਗਾਉਣ ਦੇ ਪਾਤਰ ਹੋ ਗਏ ਜੀ, ਜਿਨ੍ਹਾਂ ਨੇ ਇਹਨਾਂ ਅੱਠਾਂ ਨੂੰ ਹੀ ਪਰਮੇਸ਼ਰ ਦੇ ਭੈ ਦੇ ਅਧੀਨ ਕਰ ਲਿਆ ਹੈ। ਸੋ ਸਰੀਰ ਕਰਕੇ ਭੈ ਕੀਤਾ, ਕਾਮੀ ਨਹੀਂ ਹੋਏ, ਕ੍ਰੋਧੀ ਨਹੀਂ ਹੋਏ, ਲੋਭੀ ਨਹੀਂ ਹੋਏ, ਮੋਹ ਜਿਹੜਾ ਹੈ ਉਹ ਤੋਂ ਪਰੇ ਰਹੇ, ਰਜੋ ਤਮੋ ਸਤੋ ਗੁਣ ਤੋਂ ਉੱਪਰ ਉੱਠ ਕਰਕੇ ਤਿੰਨਾਂ ਗੁਣਾਂ ਨੂੰ ਤਿਆਗ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਜੁੜੇ ਹਨ। ਉਹ ਭਾਈ ਫਿਰ ਪਰਮੇਸ਼ਰ ਦੇ ਗੁਣ ਜਿਹੜੇ ਗਾਉਣ ਦੇ ਪਾਤਰ ਹੋ ਗਏ, ਉਹਨਾਂ ਨੂੰ ਸਤਿਗੁਰੂ ਸਾਹਿਬ ਨੇ ਦਿਆਲਤਾ ਕਰਕੇ ਗੁਣ ਗਾਉਣ ਵਾਲੇ ਕਰ ਦਿੱਤਾ ਜੀ। ਦੁਤੀਆ ਮਾਲ ਕੌਸਕ ਆਲਾਪ ਹੈ। ਮਹਾਰਾਜ ਜੀ ਦਵੈਤ ਭਾਵਨਾ ਕਿੰਨਾ ਦੀ ਨਾਸ ਹੁੰਦੀ ਹੈ, ਅਥਵਾ ਮਹਾਰਾਜ ਸ਼ੰਕੇ ਕਿਵੇਂ ਚੁੱਕੇ ਜਾ ਸਕਦੇ ਨੇ, ਕਿਰਪਾਲਤਾ ਕਰਦੇ ਨੇ। ਦੁਤੀਆ ਮਾਲ ਕੌਸਕ ਅਲਾਪੇ, ਜਿਨ੍ਹਾਂ ਦੁਤੀਆ ਦਵੈਤ ਭਾਵਨਾ ਨੂੰ ਮਾਲ ਮਲ ਕਰਕੇ ਨਾਸ ਕਰ ਦਿੱਤਾ, ਅੰਦਰ ਦਵੈਤ ਭਾਵਨਾ ਰਹਿਣ ਨਹੀਂ ਦਿੱਤੀ। ਕਉ ਸਕ ਅਲਾਪੇ, ਕਾਦੇ ਲਈ ਭਾਈ ਉਹ ਸ਼ੰਕੇ ਅਲਾਪਣਗੇ, ਨਹੀਂ ਉਹਨਾਂ ਨੂੰ ਸ਼ੰਕਾ ਆ ਸਕਦਾ। ਸ਼ੰਕਾ ਤੇ ਉਹਨਾਂ ਨੂੰ ਹੈ ਜਿਨ੍ਹਾਂ ਦੇ ਅੰਦਰ ਦਵੈਤ ਹੈ, ਜਿਹਦੀ ਬੁੱਧੀ ਦੇ ਅੰਦਰ ਦੋਹਰੀ ਬਿਰਤੀ ਚੱਲਦੀ। ਦਵੈਤ ਨਾਮ ਹੈ ਦੋਹਰੀ ਬਿਰਤੀ ਦਾ। ਸੋ ਪਤਾ ਨਹੀਂ ਖਬਰੇ ਹੋਵੇ ਚਾਹੇ ਨਾ ਹੋਵੇ, ਪਤਾ ਨਹੀਂ ਪਰਮੇਸ਼ਰ ਬੌੜੇ ਚਾਹੇ ਨਾ ਬੌੜੇ, ਪਤਾ ਨਹੀਂ ਪਰਮੇਸ਼ਰ ਐਵੇਂ ਕਰ ਸਕਦਾ ਹੋਵੇਗਾ ਜਾਂ ਨਹੀਂ ਕਰ ਸਕਦਾ ਹੋਵੇ। ਜਿਵੇਂ ਦਵੈਤ ਭਾਵਨਾ ਵਾਲੇ ਕਹਿੰਦੇ ਜੀ ਸਤਿਗੁਰੂ ਸਾਹਿਬ ਜੀ ਨੇ ਮੱਕਾ ਨਹੀਂ ਫੇਰਿਆ, ਪਰ ਜੇ ਭਾਈ ਗੁਰਦਾਸ ਜੀ ਨੂੰ ਪੁੱਛੀਏ ਮਹਾਰਾਜ ਕਹਿੰਦੇ, ਸੋ ਭਾਈ ਗੁਰਦਾਸ ਜੀ ਕਹਿੰਦੇ ਟੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ, ਕਲਾ ਸ਼ਕਤੀ ਵਿਖਾਲੀ ਹੈ ਸਤਿਗੁਰੂ ਸਾਹਿਬ ਜੀ ਨੇ। ਪਰ ਜਿਨ੍ਹਾਂ ਸੋ ਇਹ ਮੰਨਣਗੇ ਕੌਣ, ਜਿਨ੍ਹਾਂ ਨੇ ਦਵੈਤ ਤਿਆਗ ਦਿੱਤੀ, ਜਿਨ੍ਹਾਂ ਦੇ ਹਿਰਦੇ 'ਚ ਦਵੈਤ ਨਹੀਂ, ਜਿਨ੍ਹਾਂ ਨੂੰ ਦੋਹਰੀ ਜੀ ਭਾਵਨਾ ਨਹੀਂ, ਜਿਨ੍ਹਾਂ ਨੇ ਰੱਖੀ ਹੋਈ ਵੀ ਜਿੱਥੇ ਮਿਲਿਆ ਉੱਥੇ ਹੀ ਸਿਰ ਝੁਕਾ ਲਿਆ, ਐਸੀ ਨਹੀਂ। ਜਿਨ੍ਹਾਂ ਦੇ ਹਿਰਦੇ 'ਚ ਇਹ ਬਾਤ ਆ ਗਈ, ਸਗਲ ਦਵਾਰ ਕੋ ਛੱਡ ਕੇ ਗਹਿਓ ਤੁਹਾਰੋ, ਦਵਾਰ ਸਾਰੇ ਦਵਾਰੇ ਛੱਡ ਕਰਕੇ ਦੁਤੀਆ ਮਾਲ ਦਵੈਤ ਭਾਵਨਾ ਨੂੰ ਮਲ ਕਰਕੇ ਜਿਨ੍ਹਾਂ ਨੇ ਨਾਸ ਕਰ ਦਿੱਤਾ। ਕੋ ਸ਼ੱਕ ਅਲਾਪੇ, ਕਾਦੇ ਲਈ ਭਾਈ ਉਹ ਸ਼ੱਕ ਕਰਨਗੇ, ਕਿਉਂ ਹਿਰਦੇ ਦੇ ਵਿੱਚ ਉਹਨਾਂ ਦੇ ਸ਼ੱਕ ਹੋਵੇਗਾ, ਨਹੀਂ ਕਰਦੇ ਸ਼ੰਕਾ, ਨਹੀਂ ਕਹਿੰਦੇ ਜੀ ਉਹ ਸੰਗ ਰਾਗਣੀ ਪਾਂਚੋ ਥਾਪੈ। ਸੋ ਰਾਗਣੀ ਕੀ ਜੀ, ਸੰਗ ਰਾਗਣੀ, ਰਾਗਣੀ ਮਨ ਦੀ ਪ੍ਰੀਤੀ ਕਰਕੇ, ਪੰਚੋ ਜੋ ਉਚੇਤਨ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹਦੇ ਵਿੱਚ ਆਪਣੀ ਬਿਰਤੀ ਨੂੰ ਸਥਾਪਨ ਕਰਦੇ ਹਨ ਉਹ ਪਰਮੇਸ਼ਰ ਦੇ ਪਿਆਰੇ। ਗੌੜ ਕਰੀ ਅਰਦੇਵ ਗੰਧਾਰੀ, ਸੋ ਭਾਈ ਗੌੜ ਕਰੀ ਪਰਮੇਸ਼ਰ ਦੀ ਵਿਚਾਰ ਵਾਲੀ ਉਹਨਾਂ ਦੀ ਬਿਰਤੀ ਹੈ। ਸੋ ਜਦੋਂ ਪਰਮੇਸ਼ਰ ਦੀ ਵਿਚਾਰ ਕਰਦੇ ਨੇ ਦੇਵ ਗੰਧਾਰੀ, ਸੋ ਜਿਹੜੀ ਦੁਰਗੰਧੀ ਨੂੰ ਆਰੀ ਨਾਸ ਕਰਨ ਵਾਲਾ ਹੈ ਜਿਹੜਾ ਪਰਮੇਸ਼ਰ, ਆਰੀ ਵੈਰੀ ਜਿਹੜਾ ਦੁਰਗੰਧੀ ਦਾ, ਵਕਾਰਾ ਰੂਪੀ ਦੁਰਗੰਧੀ ਨੂੰ ਆਰੀ ਨਾਸ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਜਿਹੜਾ ਨਾ, ਦੇਵ ਨਾਮ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ। ਉਹਨੇ ਕਿਰਪਾਲਤਾ ਕੀਤੀ ਹੈ, ਜਿਹੜੀ ਦੁਰਗੰਧ ਸੀ ਵਕਾਰਾਂ ਦੀ, ਉਹਨਾਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਅੰਦਰੋਂ ਕੱਢ ਦਿੱਤੀ। ਕਿੰਨਾਂ ਦੇ? ਗੌਂਡ ਕਰੀ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਵਿਚਾਰ ਕੀਤੀ ਹੈ। ਉਹਨਾਂ ਦੇ ਅੰਦਰੋਂ ਵਕਾਰਾਂ ਵਾਲੀ ਬੁੱਧੀ ਕੱਢ ਕਰਕੇ ਭਗਤੀ ਰੂਪੀ ਸੁਗੰਧੀ, ਦੇਵ ਗੰਧਾਰੀ ਭਗਤੀ ਰੂਪੀ ਸੁਗੰਧੀ ਉਹਨਾਂ ਦੇ ਅੰਦਰ ਭਰ ਦਿੱਤੀ ਹੈ ਜੀ। ਗੰਧਾਰੀ ਸੀ ਹੁਤੀ ਉਚਾਰੀ, ਸੋ ਭਾਈ ਉਹਨਾਂ ਨੇ ਫਿਰ ਗੰਧਾਰੀ ਜਿਹੜੀ ਵਿਸ਼ਿਆਂ ਵਾਲੀ ਭਾਵਨਾ ਸੀ ਉਹਨੂੰ ਸੀ ਹੁਤੀ ਉਚਾਰੀ, ਉਹਨੂੰ ਉਚਾਰੀ ਪਾਸੇ ਕਰ ਦਿੱਤਾ, ਨਾਸ ਕਰ ਦਿੱਤਾ ਹਿਰਦੇ ਦੇ ਵਿੱਚੋਂ। ਤਨਾਸਰੀ ਇਹ ਪਾਚੋ ਗਾਈ, ਤਨਾਸਰੀ ਬੁੱਧੀ ਦੁਆਰਾ, ਤਨਾਸਰੀ ਸ੍ਰੇਸ਼ਟ ਬੁੱਧੀ ਜਿਹੜੀ ਹੈ ਉਹ ਪਰਮੇਸ਼ਰ ਦੇ ਪਿਆਰਿਆਂ ਦੀ, ਉਹ ਪਾਚੋ ਪਰਮੇਸ਼ਰ ਵਾਹਿਗੁਰੂ ਨੂੰ ਗਾਉਂਦੀ ਹੈ। ਪਾਚੋ ਨਾਮ ਪਰਮੇਸ਼ਰ ਦਾ ਹੈ, ਉਹਨੂੰ ਗਾਉਣ ਵਾਲੀ ਹੋ ਗਈ ਜੀ। ਮਾਲ ਰਾਗ ਕੌਸਕ ਸੰਗ ਲਾਈ, ਜਿਨ੍ਹਾਂ ਨੂੰ ਭਾਈ ਐਸਾ ਸੋ, ਜਿਨ੍ਹਾਂ ਨੇ ਰਾਗ ਪ੍ਰੇਮ ਪਰਮੇਸ਼ਰ ਵਾਹਿਗੁਰੂ ਚਲਾਇਆ, ਕਿਉਂ ਸ਼ੱਕ ਕਰਨਗੇ, ਨਹੀਂ ਕਰਦੇ। ਜਿਨ੍ਹਾਂ ਨੇ ਮਲ ਦਿੱਤੀ ਦਵੈਤ ਭਾਵਨਾ ਅੰਦਰੋਂ, ਮਾਰੂ ਮਸਤ ਅੰਗ ਮੇਵਾਰਾ। ਸੋ ਇਸੇ ਤਰੀਕੇ ਦੇ ਨਾਲ ਮਾਰੂ ਕਿਹੜਾ ਜੀ, ਜਿਹੜਾ ਮਨ ਸੀ ਮਾਰਨ ਵਾਲਾ, ਜਿਨ੍ਹਾਂ ਨੇ ਉਹ ਮਾਰੂ ਮਨ ਨੂੰ, ਮਾਰੂ ਕੌਣ ਸੀ? ਹੰਕਾਰ, ਜਿਨ੍ਹਾਂ ਨੇ ਉਹ ਹੰਕਾਰ ਨੂੰ ਮਾਰੂ ਮਾਰ ਲਿਆ ਹੈ, ਉਹ ਮਸਤ ਹੋ ਗਏ ਨੇ ਪਰਮੇਸ਼ਰ ਵਾਹਿਗੁਰੂ ਦੇ ਗੁਣ। ਮਸਤ ਅੰਗ ਹਿਰਦੇ ਦੁਆਰਾ ਮਸਤੀ ਨੂੰ ਧਾਰਨ ਕਰ ਲਿਆ ਹੈ ਉਹਨਾਂ ਨੇ। ਪਰਬਲ ਚੰਡ ਕੌਸਕ ਓਭਾਰਾ, ਸੋ ਪ੍ਰਬਲ ਬਲ ਵਾਲਾ ਜਿਹੜਾ ਗਿਆਨ ਹੈ, ਚੰਡ ਤੇਜ ਪ੍ਰਤਾਪ ਵਾਲਾ ਤਿੱਖਾ ਗਿਆਨ, ਜਿਨ੍ਹਾਂ ਨੂੰ ਭਾਈ ਹਿਰਦੇ ਕਰਕੇ ਪ੍ਰਾਪਤ ਹੋ ਗਿਆ ਹੈ। ਕਉ ਸਕ ਅਬਾਰਾ, ਕਾਦੇ ਲਈ ਫਿਰ ਉਹ ਸ਼ੰਕਾ ਕਰਨਗੇ? ਜਿਨ੍ਹਾਂ ਦੇ ਹਿਰਦੇ 'ਚ ਗਿਆਨ ਪੈਦਾ ਹੋ ਗਿਆ ਹੈ। ਕਿਹੜਾ?
ਸੋ ਪਰੋਖ ਤੇ ਅਪਰੋਖ ਗਿਆਨ ਦੀ ਜਿਹਨੂੰ ਪ੍ਰਾਪਤੀ ਹੋ ਗਈ ਹੈ। ਪਰਮੇਸ਼ਰ ਨੇ ਆਪਣਾ ਗਿਆਨ ਜਿਨ੍ਹਾਂ ਤੇ ਦਿਆਲਤਾ ਕਰਕੇ ਕਰ ਦਿੱਤਾ, ਕਿਉਂ ਸੱਕ ਉਬਾਰਾ, ਕਾਹਦੇ ਲਈ ਉਹ ਸ਼ੰਕਾ ਕਰਨਗੇ, ਨਹੀਂ ਉਬਾਰਾ ਪੈਦਾ ਹੁੰਦਾ ਜੀ। ਖੌਖਟ ਓ ਭੌਰਾ ਨਦ ਗਾਏ। ਸੋ ਭਾਈ ਫਿਰ ਇਸ ਤਰੀਕੇ ਦੇ ਨਾਲ ਖੌਖਟ ਜਿਹੜੇ ਖੌ 6 ਵਕਾਰ ਸਨ, ਸੋ 6 ਦੇ 6 ਹੀ ਵਕਾਰ ਜਿਹੜੇ ਹਨ ਉਹਨਾਂ ਨੇ ਖੱਟ ਨਾਸ ਕਰ ਦਿੱਤੇ ਨੇ। ਕਦੋਂ? ਜਦੋਂ ਭਾਈ ਭੌਰਾ ਆਨੰਦ, ਜੋ ਆਨੰਦ ਨੂੰ ਦੇਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਜਦੋਂ ਉਹਦੇ ਗੁਣਾਂ ਨੂੰ ਗਾਉਣਾ ਕੀਤਾ, ਫਿਰ 6 ਦੇ 6 ਹੀ ਵਕਾਰ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਚੁੱਕੇ ਗਏ ਹਨ। ਉਹਨਾਂ ਦੀ ਸਾਲਗਰਾਹੀ ਬਿਰਤੀ ਭੌਰੇ ਵਾਲੀ ਹੋ ਗਈ ਹੈ। ਕਮਲ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕਰਕੇ, ਜਾਂ ਕਮਲ ਸੰਸਾਰ ਵਿੱਚ ਰਹਿੰਦੇ ਹੋਏ ਪਰਮੇਸ਼ਰ ਵਾਹਿਗੁਰੂ ਦੇ ਗੁਣਾ ਰੂਪੀ ਜਿਹੜਾ ਧੂੜਾ ਹੈ ਉਹਨੂੰ ਛਕ ਰਹੇ ਹਨ। ਐਸੀ ਉਹਨਾਂ ਦੀ ਸਾਲਗਰਾਹੀ ਬਿਰਤੀ ਭੌਰੇ ਵਰਗੀ ਹੋ ਗਈ ਹੈ ਜੀ, ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕੀਤਾ ਆਨੰਦ ਸਰੂਪ ਦੇ ਨੂੰ। ਅਸ਼ਟਮਾਲ ਕੌਸਕ ਸੰਗ ਲਾਏ। ਇਹ ਭਾਈ 8 ਜਿਹੜੇ ਅੱਠੇ ਹਨ, ਅਸ਼ਟਮਾਲ, ਅਸ਼ਟਮਾਲ ਅੱਠਾਂ ਨੂੰ ਮਲ ਕਰਕੇ, ਕਿਹੜੇ? ਪੰਜੇ ਵਿਸ਼ੇ। ਸੋ ਤੇ ਫਿਰ ਨਾਲ ਦੇ ਨਾਲ ਜਿਹੜੇ ਅਸਤ ਤੇ ਜੜ ਦੁੱਖ ਰੂਪ ਹਨ ਤਿੰਨੇ, ਇਹ 8 5 ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਤੇ ਅਸਤ ਜੜ ਦੁੱਖ ਰੂਪ, ਇਹ ਤਿੰਨੇ ਹੀ, ਇਹਨਾਂ ਤਿੰਨਾਂ 5 ਤੇ 3 8 ਨੂੰ ਜਿਨ੍ਹਾਂ ਨੇ ਮਲ ਦਿੱਤਾ ਹੈ ਪਰਮੇਸ਼ਰ ਦੇ ਨਾਮ ਦੁਆਰਾ, ਉਹ ਕਾਹਦੇ ਲਈ ਸ਼ੱਕ ਕਰਨਗੇ? ਨਹੀਂ ਕਰਦੇ ਫਿਰ ਜੇ। ਪੁਨ ਆਇਓ ਹੰਡੋਲ। ਜੋ ਜਿਸ ਸਮੇਂ ਭਾਈ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਦਿਆਲਤਾ ਕੀਤੀ, ਪੁਨ ਆਇਓ, ਜਿਸ ਸਮੇਂ ਹਿਰਦੇ ਘਰ ਵਿੱਚ ਆਇਆ ਹੰਡੋਲ, ਉਦੋਂ ਵਕਾਰ ਡੋਲ ਗਏ ਹਨ। ਉਦੋਂ ਵਕਾਰਾਂ ਨੂੰ ਥਾਂ ਨਹੀਂ ਰਹੀ ਜੀ ਫਿਰ ਹਿਰਦੇ ਘਰ ਵਿੱਚ। ਜਿਸ ਸਮੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਆਏ ਹਨ ਹਿਰਦੇ ਦੇ ਵਿੱਚ, ਵਕਾਰ ਡੋਲ ਗਏ ਜੀ। ਪੰਚ ਨਾਰ ਸੰਗ ਅਸ਼ਟ ਸੁਤ। ਫਿਰ ਭਾਈ ਪੰਚਨਾਰ ਕਿਹੜੀ? ਪੰਜੇ ਬਿਰਤੀਆਂ ਜਿਹੜੀਆਂ ਸਨ, ਪ੍ਰਮਾਣ, ਵਪਰਜੇ, ਨਿੰਦਰਾ, ਤੇ ਫਿਰ ਇਸ ਤਰੀਕੇ ਦੇ ਨਾਲ ਸੋ ਵਿਕਲਪ ਆਦਿਕ, ਇਹ ਪੰਜੇ ਜਿਹੜੀਆਂ ਬਿਰਤੀਆਂ ਸਨ, ਇਹ ਵੀ ਇਹਨਾਂ 'ਚ ਵੀ ਖੇੜਾ ਹੋ ਗਿਆ। ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਦੇ ਇੱਕ ਪੰਜੇ ਕੀਤੀਆਂ ਹੋਈਆਂ ਬਿਰਤੀਆਂ, ਇਹ ਸਾਧਨ ਵੀ। ਫਿਰ ਜਿਹੜੇ 8 ਸਾਧਨ ਹਨ, ਅਸ਼ਟ ਸੁੱਤ, ਜਮ, ਨੇਮ, ਆਸਣ, ਪ੍ਰਾਣਾਯਾਮ, ਧਾਰਨਾ, ਧਿਆਨ ਆਦਿਕ ਜਿਹੜੇ ਹਨ, ਇਹ ਅੱਠੇ ਦੇ ਅੱਠੇ ਵੀ ਉਹਨਾਂ ਦੇ ਸੁੱਧ ਹੋ ਗਏ ਜੀ। ਉੱਠਹਿ ਤਾਨ ਕਲੋਲ। ਸੋ ਭਾਈ ਉੱਠਹਿ ਤਾਨ ਕਲੋਲ, ਜਿਹੜੀ ਵਕਾਰਾਂ ਦੀ ਅੱਗੇ ਸੋ ਪ੍ਰਬਲ ਹਵਾ ਚੱਲਦੀ ਸੀ, ਉਹ ਵੀ ਉੱਠ ਗਈ ਹੈ ਸਰੀਰ ਦੇ ਅੰਦਰੋਂ। ਨਹੀਂ ਫਿਰ ਇਸ ਤਰੀਕੇ ਦੇ ਨਾਲ ਉੱਠੇ ਲਹਿਰਾਂ ਜਿਹੜੀਆਂ ਸਰੀਰ ਦੇ ਅੰਦਰੋਂ ਵਕਾਰਾਂ ਵਾਸ਼ਨਾ ਦੀਆਂ ਉੱਠਦੀਆਂ ਸਨ, ਉਹ ਉੱਠ ਗਈਆਂ ਹਨ। ਉੱਠ ਗਈਆਂ ਨੇ, ਸਰੀਰ ਨੂੰ ਛੱਡ ਗਈਆਂ ਨੇ। ਇੱਕ ਹੁੰਦਾ ਉੱਠੇ ਉੱਠਣਾ, ਉੱਠ ਰਹੀਆਂ ਨੇ, ਇੱਕ ਉੱਠ ਕਰਕੇ ਚਲੀਆਂ ਹੀ ਗਈਆਂ ਨੇ, ਛੱਡ ਹੀ ਦਿੱਤਾ ਹੈ ਇਹ ਗੁਰਮੁਖ ਦਾ ਹਿਰਦਾ, ਇੱਥੇ ਹੁਣ ਸਾਡਾ ਵੱਸ ਨਹੀਂ ਚੱਲਣਾ। ਹੋਰ ਕਿਸੇ ਵਕਾਰੀ ਨੂੰ ਜਾ ਕਰਕੇ ਢਾਉਂਦੀਆਂ ਹਾਂ। ਉਹ ਇਹ ਜਿਹੜੀਆਂ ਉੱਠਹਿ ਤਾਣ, ਜਿਹੜੀਆਂ ਵਾਸ਼ਨਾ ਦੀਆਂ ਲਹਿਰਾਂ ਸਨ, ਉਹ ਵੀ ਉੱਠ ਗਈਆਂ ਜੀ ਉਹਨਾਂ ਦੀਆਂ। ਗੈਨ ਤਾਰ ਮਿਲਾਵਹੀ। ਉਹ ਪਰਮੇਸ਼ਰ ਵਾਹਿਗੁਰੂ ਚ ਤਾਰ ਪ੍ਰੇਮ ਦੀ ਮਿਲਾ ਰਹੇ ਹਨ ਹੁਣ। ਤੇ ਲੰਗੀ ਦੇਵ ਕਰੀ ਆਈ। ਭਾਈ ਤਲੰਗੀ ਤਿੰਨੇ ਗੁਣ ਜਿਹੜੇ ਸਨ, ਉਹਨਾਂ ਤੋਂ ਉੱਪਰ ਉੱਠ ਕਰਕੇ ਦੇਵ ਪਰਮੇਸ਼ਰ ਵਾਹਿਗੁਰੂ ਚ ਉਹਨਾਂ ਦਾ ਮਿਲਾਪ ਹੋ ਗਿਆ ਜੀ। ਦੇਵ ਅਕਾਲ ਪੁਰਖ ਵਾਹਿਗੁਰੂ ਚ ਅਭੇਦ ਹੋ ਗਏ ਹਨ। ਬਸੰਤੀ ਸੁੰਦੂਰ ਸੁਹਾਈ। ਸੋ ਉਹ ਭਾਈ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ, ਬਸੰਤੀ ਜਿਹੜੇ ਭਾਈ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਨੰਦ ਸਰੂਪ ਹਨ, ਉਹਦੇ ਵਿੱਚ ਮਿਲ ਕਰਕੇ ਸੰਧੂਰ ਜਿਹੜੀ, ਸੋ ਬਸੰਤੀ ਬਸ ਨਾਮ ਜੀ ਮਾਇਆ ਜਿਹੜੀ ਸੀ, ਉਹਨੂੰ ਵੀ 30 ਲਾਇਤਾ ਕਰ ਦਿੱਤੀ ਹੈ। ਮਾਇਆ ਤੋਂ ਵੀ ਪਰੇ ਹੋ ਗਏ ਨੇ। ਸੰਧੂਰ ਜਿਹੜੀਆਂ ਹੋਰ ਵਾਸ਼ਨਾਵਾਂ ਸਨ, ਉਹਨਾਂ ਤੋਂ ਦੂਰ ਹੋ ਗਏ ਨੇ। ਸਹਾਈ ਸੋਭਾ ਪਾ ਰਹੇ ਨੇ ਗੁਰੂ ਕੇ ਚਰਨਾਂ ਨਾਲ ਜੁੜੇ ਹੋਏ। ਸਰਸਾ ਹੀਰੀ ਲੈ ਭਾਰ ਜਾ। ਸੋ ਸਹਿਤ ਰਸ ਦੇ ਹੋ ਕਰਕੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਸੋ ਅਹੀਰੀ ਜਿਹੜੀਆਂ ਇੰਦਰੀਆਂ ਸਨ, ਜੋ ਭਾਰ ਜਾ ਸ਼ੁਭ ਗੁਣਾਂ ਵਾਲੀਆਂ ਕਰ ਲਈਆਂ ਹਨ ਉਹਨਾਂ ਨੇ। ਸੰਗ ਲਾਈ ਪਾਂਚੋ ਆਰਜਾ। ਸੋ ਇਹ ਭਾਈ ਸੰਗ ਲਾਈ ਪਰਮੇਸ਼ਰ ਵਾਹਿਗੁਰੂ ਦੀ ਕਿਰਪਾਲਤਾ ਸਦਕਾ, ਜਿਹੜੀ ਪੰਚੋ ਪਰਮੇਸ਼ਰ ਦੇ ਵਿੱਚ ਉਹਨਾਂ ਨੇ ਚਿੱਤ ਨੂੰ ਜੋੜਨਾ ਕੀਤਾ ਹੈ। ਇਹ ਸੰਗ ਲਾਈ ਪਾਚੋ ਪਰਮੇਸ਼ਰ ਦੇ ਵਿੱਚ ਆਰਜਾ ਲਾ ਕਰਕੇ, ਆਰਜਾ ਨਾਮ ਉਮਰ ਦਾ ਵੀ, ਉਮਰ ਸਾਰੀ ਵਿਹਾ ਦਿੱਤੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਉਂਦਿਆਂ ਹੋਇਆਂ ਨੇ ਜੀ। ਸੁਰਮਾਨੰਦ ਭਾਸਕਰ ਆਏ। ਸੋ ਸੁਰਮਾਨੰਦ ਕੌਣ ਹੈ ਜੀ? ਸੁਰਮਾ ਨਾਮ ਹੈ ਕਾਲਖ ਦਾ। ਕਾਲਖ ਕੌਣ ਹੈ? ਕਾਲੀ ਕੌਣ ਹੈ? ਮਾਇਆ। ਮਾਇਆ ਦਾ ਪੁੱਤਰ ਨੰਦ ਕੌਣ ਹੈ? ਮਨ। ਜਿਹੜਾ ਭਾਈ ਮਾਇਆ ਦਾ ਪੁੱਤਰ ਮਨ ਸੀ, ਉਹਨੂੰ ਭਾਸਕਰ ਪਰਮੇਸ਼ਰ ਵਾਹਿਗੁਰੂ ਦੀ ਕਿਰਪਾਲਤਾ ਦਾ ਪਾਤਰ ਬਣਾ ਕਰਕੇ,
ਭਾਸ ਜਿਹੜੀ ਵਕਾਰਾਂ ਦੀ ਮੈਲ ਸੀ ਇਹ ਚੋਂ ਕੱਢ ਕੇ ਤੇ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਚਿੱਤ ਲਾਉਣ ਵਾਲੀ ਬ੍ਰਿਤੀ ਬਣਾ ਦਿੱਤੀ ਹੈ ਇਸ ਦੀ। ਚੰਦਰ ਬਿੰਬ ਮੰਗਲਨ ਸੁਹਾਏ, ਤੇ ਕਿਰਪਾਲਤਾ ਕੀ ਭਾਸ ਕਰ ਪਰਮੇਸ਼ਰ ਵਾਹਿਗੁਰੂ ਹਿਰਦੇ ਘਰ ਵਿੱਚ ਬੈਠ ਗਿਆ ਸੀ। ਕਿਵੇਂ? ਚੰਦਰ ਬਿੰਬ ਮੰਗਲਨ ਸੁਹਾਏ। ਜਿਵੇਂ ਚੰਦਰਮਾ ਦਾ ਬਿੰਬ ਕਿੱਥੇ ਪੈਂਦਾ? ਘੜਿਆਂ ਦੇ ਵਿੱਚ। ਜਿਸ ਸਮੇਂ ਚੰਦਰਮਾ ਦਾ ਅਕਸ਼ ਘੜਿਆਂ 'ਚ ਪਵੇ ਉਹ ਸੋਭਾ ਵਾਲੇ ਹੋ ਜਾਂਦੇ ਨੇ। ਇਵੇਂ ਜਦੋਂ ਪਰਮੇਸ਼ਰ ਵਾਹਿਗੁਰੂ ਨੇ ਹਿਰਦੇ ਰੂਪੀ ਘੜੇ ਦੇ ਵਿੱਚ ਆਪਣਾ ਬਿੰਦ ਧਾਰਨ ਕੀਤਾ, ਉਦੋਂ ਮੰਗਲ ਸੁਹਾਏ, ਮੰਗਲਨ ਸੁਹਾਏ, ਮੰਗਲ ਆਨੰਦ ਦੇ ਸਹਿਤ ਸੁਹਾਏ ਸੋਭਾ ਪਾ ਰਹੇ ਹਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜੀ। ਸਰਸ ਬਾਨ ਓ ਆਹੇ ਬਨੋਦਾ, ਸੋ ਸਹਿਤ ਰਸ ਦੇ ਹੋ ਕਰਕੇ ਪਰਮੇਸ਼ਰ ਵਾਹਿਗੁਰੂ ਜੋ ਬਨੋਦਾ ਆਨੰਦ ਨੂੰ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ, ਉਹ ਆਹੇ ਜਦੋਂ ਹਿਰਦੇ ਦੁਆਰਾ ਪ੍ਰਾਪਤ ਹੋਇਆ ਉਦੋਂ ਆਨੰਦ ਸਹਿਤ ਗਾ ਰਹੇ ਹਨ ਉਹਨੂੰ। ਗਾਵੇ ਸਰਸ ਬਸੰਤ ਕੰਬੋਦਾ, ਗਾਉਂਦੇ ਨੇ ਸਹਿਤ ਰਸ ਦੇ ਬਸੰਤ ਆਨੰਦ ਸਹਿਤ ਹੋ ਕਰਕੇ। ਕਾਮੋਦਾ ਜਿਹੜੇ ਕਾਮ ਆਦਿਕਾ ਭਾਵਨਾ ਨੂੰ ਪੈਦਾ ਕਰਨ ਵਾਲੀਆਂ ਸਨ, ਸੋ ਜਿਹੜੀਆਂ ਬਿਰਤੀਆਂ ਉਹਨਾਂ ਦਾ ਨਾਸ ਹੋ ਗਿਆ ਹੈ। ਕਾਮ ਆਦਿਕ ਵਾਸ਼ਨਾ ਜਿਹੜੀਆਂ ਹਨ, ਸੋ ਕਾਮ ਜਿਹੜੀਆਂ ਇਛਾਵਾਂ ਪੈਦਾ ਕਰਨ ਵਾਲੀਆਂ ਸਨ ਵਾਸ਼ਨਾ, ਉਹ ਸਾਰੀਆਂ ਦੀਆਂ ਸਾਰੀਆਂ ਭਾਈ ਨਾਸ ਹੋ ਗਈਆਂ ਜੇ। ਅਠ ਪੁੱਤਰ ਮੈਂ ਕਹੇ ਸਵਾਰੀ, ਸੋ ਅਠੇ ਪੁੱਤਰ ਕਿਹੜੇ? ਵਿਰਾਗ ਵਿਵੇਕ ਖਟ ਸੰਮਤੀ ਆਦਿਕ, ਫਿਰ ਸਰਵਣ ਮੰਨਣ ਨਿਧਿਆਸਨ ਆਦਿਕ ਜਿਹੜੇ ਅਠੇ ਦੇ ਅਠੇ ਪੁੱਤਰ ਸਨ, ਉਹ ਭਾਈ ਕਹੈ ਸਵਾਰੀ, ਕਹਿ ਰਹੇ ਨੇ ਸਵਾਰ ਸਵਾਰ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ। ਪੁਨ ਆਈ ਦੀਪਕ ਕੀ ਬਾਰੀ, ਪੁਨ ਭਾਈ ਦੀਪਕ ਪਰੋਖ ਤੇ ਅਪਰੋਖ ਗਿਆਨ ਦੀ ਪੁਣਾ ਫੇਰ ਵਾਰੀ ਆਈ ਹੈ ਜੀ। ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ, ਸੋ ਕਸ਼ੇਲੀ ਜਿਹੜੀ ਮਮਤਾ ਸੀ ਅੰਦਰ, ਜਿਨੇ ਸਾਰੇ ਦੁੱਖਾਂ ਦਾ ਕਾਰਨ ਬਣੀ ਹੋਈ ਸੀ, ਉਹਨੂੰ ਪੱਟ ਮੰਜਰੀ ਪੱਟ ਦਿੱਤਾ ਹੈ, ਅੰਦਰੋਂ ਨਾਸ ਕਰ ਦਿੱਤਾ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਦੁਆਰਾ। ਪਰੋਖ ਤੇ ਅਪਰੋਖ ਗਿਆਨ ਨੂੰ ਪ੍ਰਾਪਤ ਕਰਕੇ ਜਿਹੜੀ ਕਸ਼ੇਲੀ ਮਮਤਾ ਸੀ, ਜਿਹਦੇ ਸਾਰੇ ਪਵਾੜੇ ਪਾਏ ਹੋਏ ਸਨ, ਉਹ ਪੱਟ ਦਿੱਤੀ ਜੀ। ਟੋਡੀ ਕਹੀ ਅਲਾਪ, ਟੋਡੀ ਨਾਮ ਹੈ ਦੇਸੀ ਦਾ, ਦੇਸੀ ਨਾਮ ਸਾਕੀ ਚੇਤਨ ਜੋ ਪਰਮੇਸ਼ਰ ਵਾਹਿਗੁਰੂ ਹੈ, ਉਹਨੂੰ ਅਲਾਪ ਕਰਕੇ ਕਹਿੰਦੇ ਰਸਨਾ ਦੁਆਰਾ। ਕਾਮੋਦੀ ਓ ਗੂਜਰੀ, ਸੋ ਭਾਈ ਜਿਹੜੀ ਕਾਮ ਉਹਦੀ ਜਿਹੜੀ ਕਾਮ ਦੀ ਭਾਵਨਾ ਸੀ, ਕਾਮ ਉਹਦੇ ਕਰਨ ਵਾਲੀ ਸੀ, ਜਿਹੜੀ ਕਾਮ ਸੋ ਹਿਰਦੇ ਵਿੱਚ ਲਿਆ ਕਰਕੇ ਨਾਸ ਕਰਨ ਵਾਲੀ ਸੀ ਸ਼ੁਭ ਗੁਣਾਂ ਨੂੰ, ਉਹ ਗੁਜਰੀ, ਉਹ ਨਿਸ਼ਚੇ ਕਰਕੇ ਗੁਜਰੀ ਗੁਜਰ ਗਈ ਹੈ, ਨਾਸ ਹੋ ਗਈ ਹਿਰਦੇ ਦੇ ਵਿੱਚੋਂ। ਸੰਗ ਦੀਪਕ ਕੇ ਥਾਪ, ਸੰਗ ਦੀਪਕ ਅਕਾਲ ਪੁਰਖ ਵਾਹਿਗੁਰੂ ਦੇ ਗਿਆਨ ਦੇ ਨਾਲ ਸਥਾਪਨ ਹੋ ਰਹੇ ਹਨ ਪਰਮੇਸ਼ਰ ਦੇ ਪਿਆਰੇ। ਕਾਲੰਕਾ ਕੁੰਤਲ ਔ ਰਾਮਾ, ਕਾਲੰਕਾ ਕਾਲੰਕ ਜਿਹੜੇ ਸਨ, ਕੁੰਤਲ ਕਾਲੇ, ਸੋ ਪਾਪ ਜਿਹੜੇ ਸਨ, ਔਰ ਰਾਮਾ ਉਹ ਵਿਸ਼ੇਸ਼ ਕਰਕੇ ਰਾਮਾ ਰਮ ਗਏ ਹਨ, ਨਾਸ ਹੋ ਗਏ ਹਨ ਜੀ। ਕਮਲ ਕੁਸਮ ਚੰਪਕ ਕੇ ਨਾਮਾ, ਕਮਲ ਕੁਸਮ ਕਮਲ ਦੀ ਨਿਆਈ ਪਰਮੇਸ਼ਰ ਦੇ ਪਿਆਰੇ ਖਿੜਾਏ ਹਨ ਸੰਸਾਰ ਸਮੁੰਦਰ ਵਿੱਚ ਰਹਿੰਦੇ ਹੋਏ, ਨਿਰਲੇਪ ਹੋ ਗਏ ਨੇ ਮਾਇਆ ਦੀ ਤਰ੍ਹਾਂ। ਚੰਪਕ ਚੰਬੇ ਦੀ ਨਿਆਈ ਪਾਕ ਪਵਿੱਤਰ ਚਿੱਟੇ ਹੋ ਗਏ ਹਨ ਨਾਮ ਦੇ ਰਮਣੇ ਕਰਕੇ ਜੀ। ਗੌਰਾ ਓ ਕਾਨਰਾ ਕਲਿਆਣਾ, ਮਹਾਰਾਜ ਜਿਹੜਾ ਐਸੇ ਸੁੱਖਾਂ ਨੂੰ ਦੇਣ ਵਾਲਾ ਪਰਮੇਸ਼ਰ, ਉਹ ਕੈਸਾ? ਕਹਿੰਦੇ ਗੌਰਾ ਗਹਿਰ ਗੰਭੀਰ ਵੱਡਾ ਹੈ ਉਹ। ਕਾਂਦਰਾ ਫਿਰ ਇਸ ਤਰੀਕੇ ਦੇ ਨਾਲ ਸੁੱਖਾਂ ਰੂਪੀ ਚੇਸ਼ਟਾ ਕਰਾਉਣ ਵਾਲਾ ਹੈ। ਨਰਾ ਨਿਯੰਤਾ ਹੈ ਉਹ, ਕਲਿਆਣਾ ਮੁਕਤੀ ਦਾ ਦਾਤਾ ਹੈ ਜੀ। ਅਸ਼ਟ ਪੁੱਤਰ ਦੀਪਕ ਕੇ ਜਾਨਾ, ਅਸ਼ਟ ਪੁੱਤਰ ਆ ਸੱਟ, ਸੋ ਸੱਟ ਨਾਮ ਹੈ ਵੱਟੇ ਦਾ, ਵੱਟੇ ਦੁਆਰਾ ਗਿਆਨ ਰੂਪੀ ਵੱਟੇ ਦੁਆਰਾ ਤੋਲਿਆ ਨਹੀਂ ਜਾ ਸਕਦਾ। ਉਹ ਪਰਮੇਸ਼ਰ ਵਾਹਿਗੁਰੂ ਦੀਪਕ ਪਰਮੇਸ਼ਰ ਵਾਹਿਗੁਰੂ ਦੀ ਕਿਰਪਾਲਤਾ ਸਦਕਾ ਉਹਨੂੰ ਜਾਨਣਾ ਕੀਤਾ ਹੈ ਜੀ। ਸਭ ਮਿਲ ਸ੍ਰੀ ਰਾਗ ਵੈ ਗਾਵਹਿ, ਤੇ ਸਾਰੇ ਪਰਮੇਸ਼ਰ ਵਾਹਿਗੁਰੂ ਦੇ ਭਗਤ ਪਿਆਰੇ ਜੋ ਹਨ ਮਿਲ ਕਰਕੇ ਸ੍ਰੀ ਰਾਗ ਸ਼੍ਰੋਮਣੀ ਜੋ ਉਹ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਰਾਗ ਪ੍ਰੇਮ ਨੂੰ ਗਾਉਂਦੇ ਹਨ। ਜਿੰਨੇ ਵੀ ਭਗਤ ਜਨ ਹਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ। ਪੰਚੋ ਸੰਗ ਬਰੰਗਨ ਲਾਵਹਿ, ਤੇ ਪੰਜੇ ਸੰਗ ਬਰ ਅੰਗਣ ਜੋ, ਸੋ ਬਰ ਸ੍ਰੇਸ਼ਟ ਅੰਗਾਂ ਵਾਲੇ ਕੌਣ ਹਨ? ਸਤ ਸੰਤੋਖ ਦਇਆ ਧਰਮ ਆਦਿਕ ਪੰਜੇ, ਇਹ ਪੰਜਾਂ ਗੁਣਾਂ ਨੂੰ ਨਾਲ ਲਾ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਉਚਾਰ ਰਹੇ ਹਨ ਜੀ। ਬੈਰਾਰੀ ਕਰਨਾਟੀ ਧਰੀ, ਕੀ ਹੈ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਗੁਣ? ਬੈਰਾਰੀ, ਜਿਹੜਾ ਬੈਰ ਸੀ ਆਰੀ ਉਹਨੂੰ ਨਾਸ ਕਰ ਦਿੱਤਾ, ਬੈਰ ਦੇ ਬੈਰ ਭਾਵਨਾ ਦੇ ਵੈਰੀ ਹੋ ਗਏ ਨੇ। ਸੋ ਕਿਸੇ ਨਾਲ ਵੈਰ ਭਾਵਨਾ ਕਰਦੇ ਨਹੀਂ, ਕਿਉਂ? ਕਰਨਾਟੀ ਕਰਨਾ ਜੂ ਧਾਰਨ ਕੀਤੀ ਹੈ,
ਕਿਰਪਾਲਤਾ ਉਹਨਾਂ ਹਿਰਦੇ ਦੇ ਵਿੱਚ ਧਾਰਨ ਧਰੀ ਕੀਤੀ ਹੈ ਜੀ। ਗਵਰੀ ਗਾਵਹਿ ਆਸਾਵਰੀ। ਸੋ ਜਿਨ੍ਹਾਂ ਦੇ ਆਸਾ ਵਰੀ ਨਾਸ ਕਰ ਦਿੱਤੀਆਂ, ਆਸਾਂ ਸਾਰੀਆਂ ਆਸਾਂ ਨੂੰ ਵਰੀ ਵਰ ਦਿੱਤਾ, ਨਾਸ ਕਰ ਦਿੱਤਾ ਹਿਰਦੇ ਦੇ ਵਿੱਚੋਂ। ਕਿਸੇ ਵੀ ਤਰੀਕੇ ਦੀ ਆਸਾ ਉਹਨਾਂ ਨੇ ਰੱਖੀ ਕੋਈ ਨਹੀਂ। ਨਿਸ਼ਕਾਮ ਹੋ ਕਰਕੇ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਨੇ। ਉਹ ਗਵਰੀ ਗੌਰਵ ਦੇ ਸਹਿਤ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਕਿਉਂ ਆਸਾਂ ਸਾਰੀਆਂ ਉਹਨਾਂ ਨਾਸਜੂ ਕਰ ਦਿੱਤੀਆਂ ਜੇ। ਇਹ ਪਾਸ਼ਾ ਸਿੰਧਵੀ ਆਲਾਪੀ। ਉਹਨਾਂ ਨੇ ਭਾਈ ਇਹ ਤ੍ਰਿਸ਼ਨਾ ਪਾਸੇ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਸਿੰਧ ਤਾਈ ਗੁਣਾਂ ਨੂੰ ਗਾਉਣਾ ਕੀਤਾ ਹੈ। ਅਲਾਪੀ ਗਾਉਂਦੇ ਹਨ। ਸ੍ਰੀ ਰਾਗ ਸਿਓ ਪੰਚੋ ਥਾਪੀ। ਸੋ ਸ੍ਰੀ ਰਾਗ ਜੋ ਸ਼੍ਰੋਮਣੀ ਰਾਗ ਪਰਮੇਸ਼ਰ ਵਾਹਿਗੁਰੂ ਜੋ ਹੈ ਸ਼੍ਰੋਮਣੀ ਸਾਰਿਆਂ ਦਾ, ਉਹਦੇ ਚ ਰਾਗ ਪ੍ਰੇਮ ਨੂੰ ਧਾਰਨ ਕੀਤਾ ਹੈ। ਸੋ ਪਾਚੋ ਥਾਪੀ, ਉਹ ਜੋ ਚੇਤਨ ਸਰੂਪ ਹੈ ਉਹਨੂੰ ਥਾਪੀ ਸਥਾਪਨ ਕੀਤਾ ਹੈ। ਕਿੱਥੇ ਜੀ? ਹਿਰਦੇ ਦੇ ਵਿੱਚ। ਸਾਲੂ ਸਾਰਗ ਸਾਗਰਾ। ਸੋ ਉਹ ਕੈਸਾ ਹੈ ਪਰਮੇਸ਼ਰ ਵਾਹਿਗੁਰੂ? ਸਾਲੂ ਘਰ ਹੈ ਸਾਰੇ ਜੀਵਾਂ ਦੇ ਅੰਦਰ, ਜੀਆਂ ਦੇ ਅੰਦਰ ਜਿਹਦਾ ਘਰ ਹੈ। ਸਾਰੀ ਜੋ ਚੇਤਨ ਸਤਾ ਪਰਮੇਸ਼ਰ ਵਾਹਿਗੁਰੂ ਸਰੀਰਾਂ ਦੇ ਅੰਦਰ ਜਿਹਨੇ ਘਰ ਕੀਤਾ ਹੋਇਆ ਹੈ। ਸਾਰਗ ਜਿਹੜਾ ਭਾਈ ਫਿਰ ਸਹਿਤ ਰਸ ਦੇ ਗਾ ਗਿਆਨ ਦੇਣ ਵਾਲਾ ਹੈ। ਸਾਗਰ ਸਮੁੰਦਰ ਗਿਆਨ ਦਾ ਸਮੁੰਦਰ ਹੈ। ਔਰ ਗੋਂਡ ਗੰਭੀਰ। ਸੋ ਔਰ ਭਾਈ ਹੋਰ ਕੀ? ਗੌਂਡ ਵਿਚਾਰ ਦਾ ਧਾਰਨੀ ਕਰਾਉਣ ਵਾਲਾ ਗੰਭੀਰ ਨਿਰਹਲ ਹੈ ਜੀ। ਅਸ਼ਟ ਪੁੱਤਰ ਸ੍ਰੀ ਰਾਗ ਕੇ। ਸੋ ਭਾਈ ਅਠੇ ਪੁੱਤਰ ਕਿਹੜੇ ਹਨ? ਸ਼੍ਰੋਮਣੀ ਪਰਮੇਸ਼ਰ ਵਾਹਿਗੁਰੂ ਚ ਰਾਗ ਪ੍ਰੇਮ ਧਾਰਨ ਕਰਕੇ ਜਿਹੜੇ ਅਠੇ ਪੁੱਤਰ ਕਿਹੜੇ ਜੀ? ਸੋ ਸਰਵਣ ਮੰਨਣ ਨਿਧਿਆਸਣ ਤੇ ਤਤ ਤੁੰਗ ਦਾ ਸੋਧਨ ਆਦਿਕ। ਇਹ ਫਿਰ ਇਸੇ ਹੀ ਤਰੀਕੇ ਦੇ ਨਾਲ ਸੋ ਭਾਈ ਵਿਰਾਗ ਵਿਵੇਕ ਖਟ ਸੰਮਤੀ ਤੇ ਮੋਖ ਇੱਛਾ, 4 ਉਹ ਤੇ 4 ਉਹ 8। ਇਹ ਅਠੇ ਦੇ ਅਠੇ ਪੁੱਤਰ ਜਿਹੜੇ ਹਨ ਭਾਈ ਉਹ ਵੀ ਸੋ ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਸਦਕਾ ਉਹਦੇ ਗੁਣਾਂ ਨੂੰ ਗਾ ਰਹੇ ਹਨ। ਐਵੇਂ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਇਹਨਾਂ ਗੁਣਾਂ ਦੁਆਰਾ ਗੁੰਡ ਕੁੰਭ ਹਮੀਰ। ਸੋ ਗੁੰਡ ਨਾਮ ਵਿਚਾਰਦਾ ਕੁੰਭ ਹਿਰਦੇ ਦੁਆਰਾ ਪਰਮੇਸ਼ਰ ਦੇ ਪਿਆਰੇ। ਸੋ ਭਾਈ ਗੁੰਡ ਵਿਚਾਰ ਨੂੰ ਕੁੰਭ ਹਿਰਦੇ ਦੁਆਰਾ ਧਾਰਨ ਕਰਕੇ ਹਮੀਰ ਸੂਰਮੇ ਹੋ ਗਏ ਹਨ ਜੀ। ਖਸ਼ਟਮ ਮੇਘ ਰਾਗਵੈ ਗਾਵਹਿ। ਸੋ ਹੁਣ ਇੱਥੇ ਖਸਟਮ ਮੇਘ ਰਾਗਵਹਿ ਗਾਵੈ, ਖਸਟਮ ਖਟ 6। ਸੋ ਭਾਈ ਜਿਹੜੇ ਪੰਜੇ ਹਨ ਮਨ ਬੁੱਧ ਚਿੱਤ ਆਦਿਕ, ਤੇ ਨਾਲ ਉਹਨਾਂ ਦੇ ਜਾਂ ਜੀ ਪੰਜੇ ਜਿਹੜੇ ਗਿਆਨ ਇੰਦਰੇ ਹਨ ਉਹਨਾਂ ਦੇ ਨਾਲ 6ਵਾਂ ਮਨ ਮਿਲ ਕਰਕੇ ਮੇਘ ਜੋ ਪਰਮੇਸ਼ਰ ਵਾਹਿਗੁਰੂ ਹੈ, ਮੇਘ ਬੱਦਲ ਦੀ ਨਿਆਈ ਜੋ ਕਿਰਪਾ ਰੂਪੀ ਮੀਂਹ ਵਰਾਉਣ ਵਾਲਾ ਹੈ, ਉਹਨੂੰ ਰਾਗ ਪ੍ਰੇਮ ਦੇ ਸਹਿਤ ਜੇ ਕੋਈ ਗਾਉਣਾ ਕਰੇ। ਪੰਚੋ ਸੰਗ ਬਰੰਗਨ ਲਾਵਹਿ। ਤੇ ਨਾਲ ਪੰਜੇ ਹੀ ਬਰੰਗਣ ਬਰ ਅੰਗਣਾ ਵਾਲੀਆਂ ਕੀ ਜੀ? ਕਰਨਾ, ਮੈਤਰੀ, ਮੁਦਤਾ ਤੇ ਉਪੇਖਿਆ ਤੇ ਪੰਜਵੀਂ ਸ਼ਾਂਤੀ ਜਿਹੜੀ ਹੈ ਉਹਨੂੰ ਪੰਜਾਂ ਨੂੰ ਧਾਰਨ ਕਰਕੇ ਉਹ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਨਾਲ ਲਾਵੇ ਲਾਉਣਾ ਕਰੇ ਮਨ ਦੀ ਬਿਰਤੀ ਨੂੰ। ਸੋਰਠ ਗੋਣ ਮਲਾਰੀ ਧੁਨੀ। ਸੋਰਠ ਬੁੱਧੀ ਦੁਆਰਾ ਗੌਂਡ ਵਿਚਾਰ ਜਿਨ੍ਹਾਂ ਨੇ ਕਰਨਾ ਕੀਤੀ ਹੈ। ਮਲਾਰੀ ਆਨੰਦ ਦੇ ਸਹਿਤ ਉਹ ਪਰਮੇਸ਼ਰ ਵਾਹਿਗੁਰੂ ਦੇ ਭਾਈ ਨਾਮ ਰੂਪੀ ਧੁਨ ਨੂੰ ਗਾਉਂਦੇ ਹਨ। ਗੁਣ ਗਾਵਹਿ ਆਸਾ ਗੁਣ ਗੁਨੀ। ਸੋ ਹੋਰ ਪੁਣਾ ਹੋਰ ਕਿਹੜੇ ਗਾਉਂਦੇ ਹਨ? ਆਸਾ ਜਿਨ੍ਹਾਂ ਨੂੰ ਲੱਗੀ ਹੋਈ ਹੈ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨਾਂ ਦੀ, ਪਰਮੇਸ਼ਰ ਵਾਹਿਗੁਰੂ ਦੇ ਮਲਾਪ ਦੇ। ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗੁਣੀ ਉਚਾਰਦੇ ਹਨ। ਉੱਚੈ ਸੁਰ ਸੂਹੋ ਪੁਨ ਕੀਨੀ। ਫਿਰ ਜੀ ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ ਦੇਵਤੇ ਵੀ। ਉੱਚੈ ਸੁਰ ਨਾਮ ਹੈ ਦੇਵਤਿਆਂ ਦਾ, ਉਹ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਕਹਿੰਦੇ ਹਨ। ਮੇਘ ਰਾਗ ਸਿਉ ਪੰਚੋ ਚੀਨੀ। ਮੇਘ ਪਰਮੇਸ਼ਰ ਵਾਹਿਗੁਰੂ ਜੋ ਅਕਾਲ ਪੁਰਖ ਵਾਹਿਗੁਰੂ ਹੈ, ਮੇਘ ਬਦਲ ਦੀ ਨਿਆਈ ਜੋ ਸਤਿਗੁਰੂ ਸਾਹਿਬ ਜੀ ਹਨ, ਉਹਨਾਂ ਨਾਲ ਰਾਗ ਪ੍ਰੇਮ ਧਾਰਨ ਕਰਕੇ ਪੰਜ ਉਹ ਜੋ ਚੇਤਨ ਸਰੂਪ ਅਕਾਲ ਪੁਰਖ ਵਾਹਿਗੁਰੂ ਉਹਨੂੰ ਚੀਨੀ ਜਾਣਿਆ ਜਾਂਦਾ ਹੈ ਜੀ। ਬੈਰਾ ਧਾਰ ਗਜ ਧਾਰ ਕੇਦਾਰਾ। ਉਹ ਜੋ ਬੈਰਾ ਧਾਰ ਬਾਣੀ ਨੂੰ ਧਾਰਨ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ, ਉਹਨੂੰ ਭਾਈ ਜਿਨ੍ਹਾਂ ਨੇ ਧਰ ਹਿਰਦੇ ਵਿੱਚ ਧਾਰਨ ਕੀਤਾ ਹੈ ਉਹਨਾਂ ਨੇ ਗਜ ਕੌਣ ਹੈ? ਮਨ। ਗਜ ਨਾਮ ਹੈ ਹਾਥੀ ਦਾ। ਸੋ ਮਨ ਰੂਪੀ ਹਾਥੀ ਨੂੰ ਧਾਰਨ ਕੀ ਸੋ ਧਰ ਆਪਣੇ ਵਸ ਵਿੱਚ ਕਰ ਲਿਆ ਹੈ। ਗਜ ਰੂਪੀ ਹਾਥੀ, ਗਜ ਨਾਮੀ ਹਾਥੀ। ਹਾਥੀ ਕੌਣ? ਮਨ ਨੂੰ ਆਪਣੇ ਵਸ ਵਿੱਚ ਜਿਨ੍ਹਾਂ ਨੇ ਕਰ ਲਿਆ। ਕੇਦਾਰਾ ਫਿਰ ਉਹਨਾਂ ਨੂੰ ਕਿਹਦਾ ਡਰ ਰਹਿ ਗਿਆ? ਨਹੀਂ ਕਿਸੇ ਵੀ ਕਿਸਮ ਦਾ ਡਰ ਜੀ ਉਹਨਾਂ ਤਾਈਂ। ਜਬਲੀ ਧਾਰ ਨਟ ਆਓ ਜਲ ਧਾਰਾ। ਜਬ ਲੀ ਲੈ ਕੀਤੀ ਜਿਸ ਸਮੇਂ ਜਬ ਬੁੱਧੀ ਧਰ ਬੁੱਧੀ ਨੂੰ
ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ। ਫਿਰ ਨਟ ਜੋ ਉਹ ਅਕਾਲ ਪੁਰਖ ਵਾਹਿਗੁਰੂ ਹੈ। ਆਓ ਜਲ ਧਾਰਾ ਪ੍ਰੇਮ ਰੂਪੀ ਧਾਰਾ ਨੂੰ ਵਰਸਾਉਣ ਵਾਲੇ ਸਤਿਗੁਰੂ ਸਾਹਿਬ। ਫਿਰ ਜਦੋਂ ਜਿਸ ਸਮੇਂ ਲੀ ਬੁੱਧੀ ਜਿਹੜੀ ਸੀ ਧਰ ਬੁੱਧੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋਈ, ਉਦੋਂ ਇਹ ਗਿਆਨ ਹੋ ਆਇਆ ਕਿ ਗੁਰ ਪਰਮੇਸ਼ਰ ਏਕੋ ਜਾਣ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੇ ਧੰਨ ਸਤਿਗੁਰੂ ਸਾਹਿਬ ਇੱਕ ਸਰੂਪ ਹੀ ਨਜ਼ਰੀ ਆ ਗਏ ਜੇ। ਪੁਨ ਗਾਵਹਿ ਸ਼ੰਕਰ ਓ ਸਿਆਮਾ। ਸੋ ਪੁਨ ਗਾਉਂਦੇ ਹਨ ਸਤਿਗੁਰੂ ਸਾਹਿਬ ਜੀ ਨੂੰ ਸ਼ੰਕਰ ਸ਼ਿਵ ਜੀ ਵੀ, ਸਿਆਮਾ ਕ੍ਰਿਸ਼ਨ ਜੀ ਵੀ। ਮੇਘ ਰਾਗ ਪੁੱਤਰਨ ਕੇ ਨਾਮਾ। ਜਿਨ੍ਹਾਂ ਭਾਈ ਉਹ ਮੇਘ ਅਕਾਲ ਪੁਰਖ ਵਾਹਿਗੁਰੂ ਨੂੰ ਰਾਗ ਪ੍ਰੇਮ ਧਾਰਨ ਕਰਕੇ ਗਾਣਾ ਕੀਤਾ, ਪੁੱਤਰਨ ਪਵਿੱਤਰ ਹੋ ਗਏ ਹਨ ਪਰਮੇਸ਼ਰ ਦੇ ਨਾਮ ਨੂੰ ਕਹਿਣ ਵਾਲੇ। ਕਸ਼ਟ ਰਾਗ ਉਨ ਗਾਏ। ਜਿਨ੍ਹਾਂ ਨੇ ਕਸ਼ਟ ਮਿਲ ਕਰਕੇ ਰਾਗ ਪ੍ਰੇਮ ਦੇ ਸਹਿਤ ਉਨ ਅਕਾਲ ਪੁਰਖ ਵਾਹਿਗੁਰੂ ਨੂੰ ਗਾਉਣਾ ਕੀਤਾ। ਸੰਗ ਰਾਗਨੀ ਤੀਸ। ਉਹਨਾਂ ਦੇ ਭਾਈ ਰਾਗਣੀ ਜਿਹੜੀ ਬੁੱਧੀ ਹੈ ਉਹਦੇ ਦੁਆਰਾ ਗਾਇਆ ਹੋਇਆ, ਰਾਗਣੀ ਪ੍ਰੇਮ ਧਾਰਨ ਕਰਕੇ ਗਾਇਆ ਹੋਇਆ, ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦਾ ਭਾਈ 30 ਦਿਨ ਵੀ ਉਹਨਾਂ ਦੇ ਸਫਲੇ ਹੋ ਗਏ ਹਨ। ਫਿਰ 30 ਰੋਜੇ ਧਰੇ ਵੀ ਉਹਨਾਂ ਦੇ ਸਫਲੇ, 30 ਵਰਤ ਵੀ ਉਹਨਾਂ ਦੇ ਸਫਲੇ, ਜਿਨ੍ਹਾਂ ਪਰਮੇਸ਼ਰ ਵਾਹਿਗੁਰੂ ਦੇ ਗੁਣ ਰਾਗਣੀ ਪ੍ਰੇਮ ਸਹਿਤ ਬੁੱਧੀ ਦੇ ਦੁਆਰਾ ਧਾਰਨ ਕਰਕੇ ਗਾਉਣਾ ਕੀਤਾ। ਫਿਰ 30 ਨਾਮ ਮਾਇਆ ਦਾ ਈਸ਼ਵਰ ਕੌਣ ਜੀ? 30 ਈਸ਼ਵਰ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਨੇ ਪ੍ਰੇਮ ਸਹਿਤ ਗਾਉਣਾ ਕੀਤਾ ਹੈ। ਸਭੈ ਪੁੱਤਰ ਰਾਗਨ ਕੇ। ਉਹ ਭਾਈ ਸਭੇ ਪਵਿੱਤਰ ਹੋ ਗਏ ਨੇ ਪ੍ਰੇਮ ਧਾਰਨ ਕਰਨ ਵਾਲੇ। 18 10 20 ਜਿਨ੍ਹਾਂ ਦਾ 20 ਬਿਸਵੇ ਮਨ ਸਤਿਗੁਰੂ ਸਾਹਿਬ ਜੀ ਤੇ ਮੰਨ ਗਿਆ ਹੈ। 20 ਬਿਸਵੇ ਸਤਿਗੁਰ ਕਾ ਮਨ ਮਾਨੈ, ਸੋ ਪਰਮੇਸ਼ਰ 20 ਬਿਸਵੇ ਸੋ ਪਰਮੇਸ਼ਰ ਸਤਿਗੁਰ ਕੀ ਗਤ ਜਾਣੈ। ਉਹ ਅਕਾਲ ਪੁਰਖ ਵਾਹਿਗੁਰੂ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਉਹਨੇ ਭਾਈ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਨੂੰ ਜਾਣ ਲਿਆ ਹੈ। ਐਸਾ ਫਿਰ 18 ਗੋਤਰਾਂ ਦੇ ਵਿੱਚ 18 ਪ੍ਰਾਣਾਂ ਨੂੰ ਪੜਨ ਵਾਲੇ ਜਿਹੜੇ ਹਨ, ਜਿਨ੍ਹਾਂ ਦਾ ਮਨ 20 ਬਿਸਵੇ ਅਕਾਲ ਪੁਰਖ ਵਾਹਿਗੁਰੂ ਤੇ ਮੰਨ ਗਿਆ ਹੈ, ਉਹਨਾਂ ਨੇ ਭਾਈ ਉਹਨਾਂ ਨੂੰ ਵੀ ਸ਼ਾਂਤ ਕਰ ਦਿੱਤਾ ਹੈ। ਫਿਰ ਸੋ 8 ਹੀ ਪੈਰ ਜਿਹੜੇ ਹਨ ਉਹ ਪਰਮੇਸ਼ਰ ਵਾਹਿਗੁਰੂ ਦੇ ਧਿਆਨ ਵਿੱਚ ਰਹਿੰਦੇ ਹਨ। ਐਸੇ ਸੋ ਪਾਵਨ ਪਵਿੱਤਰ ਅਰਥ ਇਹਦੇ ਅੰਤਰੀਵ ਸੋ ਪਾਵਨ ਗੁਰਬਾਣੀ ਰਾਗਮਾਲਾ ਦੇ ਜੋ ਮਹਾਂਪੁਰਖਾਂ ਨੇ ਪੜ੍ਹਾਏ ਵਿਦਿਆਰਥੀਆਂ ਨੂੰ, ਜਿੰਨੇ ਕੁ ਸਤਿਗੁਰੂ ਸਾਹਿਬ ਜੀ ਨੇ ਬੁੱਧੀ ਬਖਸ਼ੀ ਉਸ ਅਨੁਸਾਰ ਕਹਿਣਾ ਕੀਤੇ ਹਨ। ਕਿਰਪਾਲੂ ਸਤਿਗੁਰੂ ਸਾਹਿਬ ਕਿਰਪਾ ਕਰਨ, ਇਹ ਸੰਪੂਰਨ ਵਿਚਾਰ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸਾਉਣ, ਕਿਰਪਾ ਕਰਨੀ, ਰਹਿਮਤ ਕਰਨੀ ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ। ਸੋ ਭਾਈ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਕਰਨ ਦੇ ਵਿੱਚ, ਕਰਾਉਣ ਦੇ ਵਿੱਚ, ਸਰਵਣ ਕਰਨ ਦੇ ਵਿੱਚ ਸੋ ਉਤਸ਼ਾਹ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਆ, ਸਾਰਿਆਂ ਦਾ ਧੰਨਵਾਦ। ਕਿਰਪਾਲੂ ਸਤਿਗੁਰੂ ਸਾਹਿਬ ਜੀ ਦੀ ਕਿਰਪਾਲਤਾ ਸਦਕਾ ਇੱਥੇ ਪਾਵਨ ਗੁਰਬਾਣੀ ਦੀ ਕਥਾ, ਇੱਥੇ ਰਾਗਮਾਲਾ ਦੀ ਸੰਪੂਰਨਤਾ ਦੇ ਸਾਥ ਸੰਪੂਰਨ ਹੋਈ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਕਿਰਪਾ ਕਰਨੀ, ਕਿਰਪਾਲਤਾ ਕਰਨੀ, ਰਹਿਮਤ ਕਰਕੇ। ਸੋ ਭਾਈ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਅਰਥ ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਜਾਣਦੇ ਹਨ, ਜਾਂ ਮਹਾਂਪੁਰਖ ਜਿਹੜੇ ਸਤਿਗੁਰੂ ਸਾਹਿਬ ਜੀ ਵੱਲੋਂ ਵਰੋਸਾਏ ਹੋਏ ਹਨ ਉਹ ਭਾਈ ਸੰਗਤਾਂ ਨੂੰ ਪੜ੍ਹਾ ਸਕਦੇ ਹਨ। ਸੋ ਦਾਸ ਤੇ ਅਲਪੱਗ ਬੁੱਧੀ ਵਾਲਾ ਹੈ, ਕੇਵਲ ਤੇ ਕੇਵਲ ਜਿਵੇਂ ਪੰਛੀ ਆਕਾਸ਼ 'ਚ ਡਾਰੀਆਂ ਮਾਰ ਕੇ ਆਨੰਦ ਲੈ ਸਕਦਾ ਹੈ, ਉਨੀ ਕੀ ਅਵਸਥਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਣ, ਆਨੰਦ ਦੀ ਦਾਤ ਬਖਸ਼ਣ। ਆਪ ਕਿਰਪਾ ਕਰਿਆ ਜੇ, ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਕਰਨੀ, ਅਗਾਂਹ ਤੋਂ ਸਮੱਤ ਬਖਸ਼ਣੀ, ਦਿਆਲਤਾ ਰਹਿਮਤ ਕਰਕੇ। ਸੋ ਸਾਰੇ ਸਿੰਘਾਂ ਨੇ ਸੋ ਗੁਰੂ ਸਾਹਿਬ ਜੀ ਦੀ, ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਅਰਦਾਸ ਬੇਨਤੀ ਕਰਨੀ, ਕਿਰਪਾਲੂ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਦਾਸ ਹਨ, ਕਿਰਪਾ ਕਰੋ, ਇਹਨਾਂ ਤੇ ਰਹਿਮਤ ਦਾ ਮੀਂਹ ਵਰਸਾਓ, ਗੁਰਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ੋ, ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ, ਕਿਰਪਾਲਤਾ ਸਤਿਗੁਰੂ ਸਾਹਿਬ ਜੀ ਕਰਨ। ਬਾਣੀ ਦੇ ਜੋ ਪ੍ਰਭਾਵ ਹੈ ਸਾਡੇ ਜੀਵਾਂ ਦੇ ਹਿਰਦਿਆਂ ਵਿੱਚ ਵਸਾਉਣ ਜੇ। ਖਟ ਰਾਗ ਉਨ ਗਾਏ ਸੰਗ ਰਾਗਣੀ ਤੀਸ, ਸਭੈ ਪੁੱਤਰ ਰਾਗਨ ਕੇ 18 10 20। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।